जिन्ने लोगों की लैंड एक्वायर हो रही है, जे मैनू सुन रहे हो, मैं कोशिश कर रहा तुहानू समझाउण दी। एक एक चीज़ जिहड़ी उहदे ते उगी हुई है, तुसीं लाई है, कुदरती तौर ते खड़ी है, तुहाडा कोई एक इट्ट भी लगी हुई है ना, अंडरग्राउंड वाटर पाइपलाइन तो सारिਆਂ ਦੇ ਪਏ ਆ, मोटर कोठे पए आ। जिन्नी देर तक एक एक रुपया ਉਹਦਾ मुआवजा तय नहीं ਹੁੰਦਾ और ਉਹ नहीं प्रोवाइड किया जाता, ਤੁਹਾਨੂੰ ਇਹ कब्जा नहीं ले सकते। चाहे जिड्डा मर्जी प्रैशर बिल्ड करके रखन, जिन्ने पटिशन ने ये हक ते सच ਲਈ लड़ रहे हैं और ਇਹਦਾ हल निकलूगा ही निकलूगा। मुआवजे के बेस ते कोई डिस्क्रिमिनेशन नहीं होगी, कोई दो राय नहीं। चाहे नैशनल हाईवे च एक्वायर होवे, भावें किसी गमाडा पुड्डा किसी होर अथॉरिटी ने एक्विजिशन की है, कोई डिस्क्रिमिनेशन नहीं हो सकती। जिथे ये भी प्रावधान है, जे घर आउंदा घर बना के देना। मैं तो 2018 च ये गल स्टार्ट करती सी हाई कोर्ट च रिट फाइल करके। ਤੁਸੀਂ ਇੱਕ ਐਗਜ਼ਾਮਪਲ ਲੈ ਲਓ, ਇੱਥੇ PR7 ਰੋਡ ਵਾਸਤੇ ਇਸੇ ਖਰੜ ਤੋਂ ਹੀ ਜ਼ਮੀਨ ਐਕਵਾਇਰ ਹੁੰਦੀ ਹੈ। ਉਹਦੇ ਲਈ ਪ੍ਰੋਪਰ ਸੋਸ਼ਲ ਇੰਪੈਕਟ ਅਸੈਸਮੈਂਟ ਵੀ ਹੁੰਦੀ ਹੈ, ਉਹਦੇ ਲਈ ਰਿਹੈਬਿਲਿਟੇਸ਼ਨ ਪੋਲਿਸੀ ਫਰੇਮਵਰਕ ਵੀ ਹੁੰਦਾ ਹੈ, ਕਿਹਦੀ ਕਿੰਨੀ ਜ਼ਮੀਨ ਆ ਰਹੀ ਹੈ, ਉਹਨਾਂ ਲੋਕਾਂ ਨੂੰ ਇਹਦਾ ਪ੍ਰੋਜੈਕਟ ਦਾ ਫਾਇਦਾ ਕੀ ਹੋਏਗਾ, ਹਰ ਇੱਕ ਚੀਜ਼ ਨੂੰ ਵਾਚਿਆ ਜਾਂਦਾ ਹੈ। ਪਰ ਇਸ ਨੈਸ਼ਨਲ ਹਾਈਵੇ ਦੇ ਦੂਸਰੀ ਸਾਈਡ ਇੱਕ ਜ਼ਮੀਨ ਦਾ ਟੁਕੜਾ ਐਕਵਾਇਰ ਹੁੰਦਾ ਹੈ, ਇੱਕ ਪੂਰਾ ਚੰਕ ਐਕਵਾਇਰ ਹੁੰਦਾ ਹੈ 12-14 ਪਿੰਡਾਂ ਦਾ, ਜਿਨ੍ਹਾਂ ਦੇ ਵਿੱਚ ਆਪਾਂ ਲਗਾ ਲਈਏ 200A ਨੈਸ਼ਨਲ ਹਾਈਵੇ ਦਾ ਨਾਮ ਦਿੱਤਾ ਉਹਨੂੰ, ਮਾਮੂਪੁਰ, ਝਿੰਗੜਾ, 205A, ਨਗਿਆਰੀ, ਇਹਨਾਂ ਸਭ ਪਿੰਡਾਂ ਦੇ ਵਿੱਚ ਜਿਹੜੀ ਜ਼ਮੀਨ ਐਕਵਾਇਰ ਹੁੰਦੀ ਹੈ ਉਹਦੇ ਵਿੱਚ ਕੋਈ ਸੋਸ਼ਲ ਇੰਪੈਕਟ ਅਸੈਸਮੈਂਟ ਨਹੀਂ, ਉਹ ਜਦ ਕਿ ਉਹ ਲੋਕ ਨੇ ਜਿਹੜੇ ਉਹ ਲੈਂਡ ਲੈਸ ਵੀ ਹੋ ਰਹੇ ਨੇ। और ਜਦੋਂ ਨੈਸ਼ਨਲ ਹਾਈਵੇ ਐਕਵਾਇਰ ਕਰਦਾ, ਉਦੋਂ ਇੱਕ ਇੱਦਾਂ ਦਾ ਹਊਆ ਕ੍ਰੀਏਟ ਕੀਤਾ ਜਾਂਦਾ ਕਿ ਇਹ ਸੜਕਾਂ ਦੇ ਲਈ ਅਸੀਂ ਐਕਵਾਇਰ ਕਰ ਰਹੇ ਹਾਂ, ਇਹ ਕਿਹੜਾ ਕੋਈ ਅਸੀਂ ਕੋਈ ਇਮਾਰਤ ਜਾਂ ਕੋਈ ਹੋਰ ਉਸਾਰੀ ਲਈ ਜਾਂ ਕਿਸੇ ਡੈਮ ਲਈ ਐਕਵਾਇਰ ਕਰ ਰਹੇ ਹਾਂ। ਇਹ ਇੱਦਾਂ ਕੀਤਾ ਜਾਂਦਾ ਜਿਵੇਂ ਲੋਕਾਂ ਤੇ ਆਸਾਨ ਕਰਿਆ ਜਾਂਦਾ। ਪਹਿਲਾ ਨੋਟਿਸ ਹੁੰਦਾ ਕਿ ਆਪਣੇ ਪੈਸੇ ਰਿਸੀਵ ਕਰੋ, ਦੂਸਰਾ ਹੁੰਦਾ ਕਿ ਤੁਸੀਂ ਕਬਜ਼ਾ ਛੱਡੋ, ਨਹੀਂ ਤਾਂ ਫਿਰ ਸਰਕਾਰ ਜ਼ੋਰ ਜ਼ਬਰਦਸਤੀ ਕਰੇ। ਇਹਦੇ ਤੋਂ ਉੱਤੇ ਤਾਂ ਕੋਈ ਨਹੀਂ, ਉਹਨਾਂ ਨੂੰ ਪੜ੍ਹਨਾ ਨਹੀਂ ਆ ਰਿਹਾ ਐਕਟ, ਇਹ ਉਹਨੂੰ ਰਿਵਾਈਜ਼ ਕੌਣ ਕਰੂਗਾ? ਉਹਨਾਂ ਦੀ ਸੋਚ ਦੇਖੋ, ਉਹ ਜੱਜਾਂ ਦੀ, ਉਹਨਾਂ ਨੇ ਐਕੁਜੀਸ਼ਨ ਤੋੜੀ ਤੇ ਨਾਲ ਲਿਖਿਆ ਇਨ ਦੀ ਸਟੇਟ ਆਫ ਪੰਜਾਬ, ਜਿਹੜੇ ਪੰਜਾਬੀ ਲੋਕ ਨੇ ਉਹ ਮਾਂ ਦੇ ਸਮਾਨ ਮੰਨਦੇ ਆ ਆਪਣੀ ਜ਼ਮੀਨ ਨੂੰ, ਇਹਦੇ ਪਿੱਛੇ ਮਰਡਰ ਹੋ ਜਾਂਦੇ ਨੇ, ਉਹਨਾਂ ਨੇ ਐਕੁਜੀਸ਼ਨ ਰੱਦ ਕੀਤੀ ਹੈ। ਤੁਸੀਂ ਕਹਿੰਦੇ ਹੋ ਵੀ ਜਿਹੜਾ ਪ੍ਰੋਜੈਕਟ ਹਾਈਵੇ ਨਿਕਲ ਰਿਹਾ ਉਹਦੇ ਵਿੱਚ ਦੁਕਾਨ ਆ ਗਈ, ਚਾਹੇ ਉਹ ਕੋਈ ਉੱਤੇ ਰੇਹੜੀ ਫੜੀ ਲਾਉਂਦਾ ਹੈ, ਜਿਹਦਾ ਰੁਜ਼ਗਾਰ ਚੱਲ ਰਿਹਾ ਹੈ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਪਰਿਵਾਰ ਵੀ ਪੂਰੇ ਤੌਰ ਤੇ ਜਾਂ ਉਹ ਸਾਰੇ ਰੁਜ਼ਗਾਰ ਵਾਲੇ ਵੀ ਤਾਂ ਪ੍ਰਭਾਵਿਤ ਹੋਣਗੇ। ਸੜਕ ਬਣਾਉਣ ਨਾਲ ਕੋਈ ਰੁਜ਼ਗਾਰ ਬਣ ਰਿਹਾ ਕਿ ਨਹੀਂ ਬਣ? ਬਿਲਕੁਲ, ਇਹਦਾ ਪ੍ਰਾਵਧਾਨ ਹੈ ਨਵੇਂ ਐਕਟ ਦੇ ਵਿੱਚ। ਐਕਟ ਤੋਂ ਉੱਤੇ ਨਹੀਂ ਨੈਸ਼ਨਲ ਹਾਈਵੇ। ਉਹ ਭਾਈ ਜਿਹੜਾ ਚੰਡੀਗੜ੍ਹ ਸੀ ਉਹ ਕਿਸੇ ਟਾਈਮ ਪਿੰਡਾਂ ਦੀ ਜ਼ਮੀਨ ਸੀ, ਉੱਥੇ ਐਗਰੀਕਲਚਰ ਸੀ ਪਹਿਲਾਂ, ਉੱਥੇ ਹੁਣ ਉੱਥੇ ਸੈਕਟਰ ਬਣ ਗਏ। ਉੱਥੇ ਜੇ ਤੂੰ ਕੰਪਨਸੇਸ਼ਨ ਦੇਣ ਜਾਣਾ ਜਾਂ ਕਿਸੇ ਨੂੰ, ਉੱਥੇ ਇਹ ਲਿਖ ਦੇਵੋਗੇ ਵੀ ਇਹ ਪਹਿਲਾਂ ਐਗਰੀਕਲਚਰ ਪੋਟੈਂਸ਼ੀਅਲ ਹੈ ਇਹਦਾ, ਇਸ ਕਰਕੇ ਇਹਨੂੰ ਐਗਰੀਕਲਚਰ ਰੇਟ ਦੇ ਦਿਓ। ਤੁਸੀਂ ਘਰ ਦੇ ਵਿੱਚ ਸਰਵੇ ਵਾਸਤੇ ਜਾ ਸਕਦੇ ਹੋ, ਜਿੰਨੀ ਦੇਰ ਤੱਕ ਇਹ ਐਕਟ ਦੀਆਂ ਪ੍ਰੋਵੀਜ਼ਨਸ ਨੂੰ ਤੁਸੀਂ ਨਹੀਂ ਫੋਲੋ ਕਰੋਗੇ, ਮੁਆਵਜ਼ਾ ਕੰਪਨਸੇਸ਼ਨ ਜਿੱਦਾਂ ਕਹਿੰਦਾ ਉੱਦਾਂ ਤੁਸੀਂ ਕਿੱਦਾਂ ਕਬਜ਼ਾ ਲੈ ਲਓਗੇ? ਇਹ ਤਾਂ ਸੁਪਰੀਮ ਕੋਰਟ ਕਹਿੰਦੀ ਆਫਰ ਹੈ ਜਿਹੜੀ ਤੁਸੀਂ ਅਮਾਊਂਟ ਦਿੱਤੀ ਹੈ, ਜਿਹਨੇ ਪੈਸੇ ਲੈ ਲਏ ਚਲੋ ਉਹ ਵੱਖਰੀ ਗੱਲ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸੁਰਖਾਵ। ਦੋਸਤੋ, ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਤਾਂ ਆਪਣੇ ਨਾਂ ਤੇ ਆਪਣੇ ਨਾਂ ਚਮਕਾਉਣ ਦੇ ਲਈ ਵਿਕਾਸਵਾਦੀ ਪ੍ਰੋਜੈਕਟ ਲੈ ਕੇ ਆਉਂਦੀ ਹੈ, ਪਰ ਇਸ ਵਿਕਾਸਵਾਦੀ ਪ੍ਰੋਜੈਕਟ ਦੇ ਵਿੱਚ ਕਿਤੇ ਨਾ ਕਿਤੇ ਨਾਗਰਿਕ ਦਾ ਸ਼ੋਸ਼ਣ ਵੀ ਹੁੰਦਾ ਹੈ, ਉਸ ਨੂੰ ਘਾਟਾ ਵੀ ਪੈਂਦਾ ਹੈ। ਹਾਲਾਂਕਿ ਹੁੰਦਾ ਇਹ ਹੈ ਕਿ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ ਸਰਕਾਰੀ ਵਿਕਾਸਵਾਦੀ ਪ੍ਰੋਜੈਕਟ ਦੇ ਲਈ, ਤੇ ਜਦੋਂ ਐਕਵਾਇਰ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਜਿਸ ਵਿਅਕਤੀ ਦੀ ਨਿੱਜੀ ਤੌਰ ਤੇ ਜ਼ਮੀਨ ਐਕਵਾਇਰ ਹੁੰਦੀ ਹੈ ਉਹਦੇ ਨਾਲ ਜੋ ਆਰਥਿਕ ਤੌਰ ਤੇ ਵਖਰੇਵਾਂ ਹੁੰਦਾ, ਸਿੱਧਾ ਕਹਿ ਦਈਏ ਕਿ ਆਰਥਿਕ ਤੌਰ ਤੇ ਸ਼ੋਸ਼ਣ ਕੀਤਾ ਜਾਂਦਾ, ਮਤਭੇਦ ਕੀਤਾ ਜਾਂਦਾ ਹੈ, ਪੈਸੇ ਜਿਹੜੇ ਕਿ ਉਹ ਪੂਰੇ ਨਹੀਂ ਮਿਲਦੇ। ਪਰ ਅੱਜ ਦੀ ਇਹ ਇੰਟਰਵਿਊ ਬੇਹੱਦ ਖਾਸ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੀ ਜ਼ਮੀਨ ਕਿਸੇ ਨਾ ਕਿਸੇ ਸਰਕਾਰੀ ਪ੍ਰੋਜੈਕਟ ਤਹਿਤ ਐਕਵਾਇਰ ਤਾਂ ਕਰ ਲਈ ਗਈ, ਲੇਕਿਨ ਅੱਜ ਤੱਕ ਵੀ ਉਹ ਧਰਨੇ ਲਾਉਂਦੇ ਨੇ, ਅੱਜ ਤੱਕ ਵੀ ਉਹ ਦਫ਼ਤਰਾਂ ਦੇ ਗੇੜੇ ਮਾਰਦੇ ਨੇ ਕਿ ਉਹਨਾਂ ਦਾ ਬਣਦਾ ਮੁੱਲ ਉਹਨਾਂ ਨੂੰ ਨਹੀਂ ਮਿਲਿਆ, ਤੇ ਉਹ ਮੁੱਲ ਹੁਣ ਲਿਆ ਕਿਵੇਂ ਜਾਵੇਗਾ? ਇਹ ਸਾਰੀ ਗੱਲਬਾਤ, ਇਹ ਸਾਰੇ ਵਿਸ਼ੇ ਤੇ ਸਾਡੇ ਜਿਹੜੇ ਸਵਾਲ ਨੇ, ਆਮ ਲੋਕਾਂ ਦੇ ਕੁਝ ਸਵਾਲ ਨੇ, ਤੇ ਖਾਸ ਤੌਰ ਤੇ ਕਿਵੇਂ ਬਣਦਾ ਹੱਕ, ਕਿਵੇਂ ਉਹ ਬਣਦਾ ਮੁੱਲ ਲਿਆ ਜਾਊਗਾ, ਇਹ ਸਾਰੀ ਚੀਜ਼, ਸਾਰਾ ਜਿਹੜਾ ਮਸਲਾ ਸੁਲਝਾਉਣਗੇ ਮੇਰੇ ਨਾਲ ਇਸ ਵਕਤ ਐਡਵੋਕੇਟ ਚਰਨਪਾਲ ਬਾਗੜੀ ਜੁੜ ਚੁੱਕੇ ਨੇ, ਗੁਰਜੀਤ ਕੌਰ ਬਾਗੜੀ ਜੁੜ ਚੁੱਕੇ ਨੇ। ਇਹਨਾਂ ਤੋਂ ਜਾਣਦੇ ਹਾਂ ਕਿ ਕਿਵੇਂ ਆਪਦੀ ਜਿਹੜੀ ਜ਼ਮੀਨ ਦਾ ਮੁੱਲ ਹੈ ਉਹ ਸਹੀ ਤਰੀਕੇ ਨਾਲ ਲਿਆ ਜਾਵੇ। ਦੋਵਾਂ ਦਾ ਪਹਿਲਾਂ ਤਾਂ ਸਵਾਗਤ ਹੈ ਜੀ ਸਪੋਕਸਮੈਨ ਟੀਵੀ। ਥੈਂਕ ਯੂ।
ਸਾਹਿਬ ਸਭ ਤੋਂ ਪਹਿਲਾਂ ਤਾਂ ਲੈਂਡ ਐਕੁਜੀਸ਼ਨ ਦੀ ਗੱਲ ਕਰ ਲਈਏ। ਸਰਕਾਰ ਵਿਕਾਸਵਾਦੀ ਪ੍ਰੋਜੈਕਟ ਦੇ ਤਹਿਤ ਤੇ ਜ਼ਮੀਨ ਐਕਵਾਇਰ ਕਰ ਲੈਂਦੀ ਹੈ, ਪਰ ਜਦੋਂ ਜ਼ਮੀਨ ਐਕਵਾਇਰ ਹੁੰਦੀ ਹੈ ਉਦੋਂ ਬਾਅਦ ਜਿਸ ਬੰਦੇ ਦੀ ਜ਼ਮੀਨ ਹੁੰਦੀ ਹੈ ਉਹਨੂੰ ਕਈ ਵਾਰੀ ਕਿੰਨਾ ਲੰਮਾ ਸਮਾਂ ਠੋਕਰਾਂ ਖਾਣੀਆਂ ਪੈਂਦੀਆਂ ਨੇ। ਪਹਿਲਾਂ ਤਾਂ ਇਹ ਐਕਟ ਸਮਝਾ ਦਿਓ ਕਿਸ ਤਰੀਕੇ ਨਾਲ ਐਕਟ ਬਣੇ ਸੀਗੇ ਤੇ ਇਹਦੇ ਵਿੱਚ ਆਮ ਲੋਕਾਂ ਦਾ ਫਾਇਦਾ ਵੀ ਕੀ ਹੁੰਦਾ। ਦੇਖੋ, ਜਿਹੜਾ ਐਕਟ ਸੀਗਾ ਪਹਿਲਾਂ ਲੈਂਡ ਐਕੁਜੀਸ਼ਨ ਓਲਡ ਐਕਟ ਸੀਗਾ, ਦੀ ਲੈਂਡ ਐਕੁਜੀਸ਼ਨ ਐਕਟ 1894 ਦਾ ਸੀ ਜੀ। ਉਹ ਰਿਪੀਲ ਹੋਇਆ 2013 ਦੇ ਵਿੱਚ RFCT LARR ਐਕਟ ਦੇ ਨਾਂ ਦੇ ਨਾਲ। ਔਰ ਜਦੋਂ ਨੈਸ਼ਨਲ ਹਾਈਵੇ ਐਕਵਾਇਰ ਕਰਦਾ ਉਦੋਂ ਇੱਕ ਇੱਦਾਂ ਦਾ ਹਊਆ ਕ੍ਰੀਏਟ ਕੀਤਾ ਜਾਂਦਾ ਕਿ ਇਹ ਸੜਕਾਂ ਦੇ ਲਈ ਅਸੀਂ ਐਕਵਾਇਰ ਕਰ ਰਹੇ ਹਾਂ, ਇਹ ਕਿਹੜਾ ਕੋਈ ਅਸੀਂ ਕੋਈ ਇਮਾਰਤ ਜਾਂ ਕੋਈ ਹੋਰ ਉਸਾਰੀ ਲਈ ਜਾਂ ਕਿਸੇ ਡੈਮ ਲਈ ਐਕਵਾਇਰ ਕਰ ਰਹੇ ਹਾਂ। ਇਹ ਇੱਦਾਂ ਕੀਤਾ ਜਾਂਦਾ ਜਿਵੇਂ ਲੋਕਾਂ 'ਤੇ ਆਸਾਨ ਕਰਿਆ ਜਾਂਦਾ ਵੀ ਤੁਹਾਨੂੰ ਸੜਕਾਂ ਦੇ ਰਹੇ ਹਾਂ ਅਸੀਂ, ਕਨੈਕਟੀਵਿਟੀ ਤੁਹਾਡੀ ਜਿਹੜੀ ਪ੍ਰੋਪਰਟੀ ਹੈ, ਜਿਹੜਾ ਕਿ ਪਹਿਲਾਂ ਫੰਡਾਮੈਂਟਲ ਰਾਈਟ ਹੁੰਦਾ ਸੀ, ਹੁਣ ਵੀ ਉਹ ਕਨਸਟੀਟਿਊਸ਼ਨਲ ਰਾਈਟ ਹੈ ਅੰਡਰ ਆਰਟੀਕਲ 300 ਕੈਪੀਟਲ A ਦੇ ਅੰਡਰ। ਠੀਕ ਹੈ। ਤੁਸੀਂ ਪੁੱਛਿਆ ਸੀ ਵੀ ਐਕੁਜੀਸ਼ਨ ਕਿੱਦਾਂ ਹੁੰਦੀ ਹੈ, ਕਿਵੇਂ ਹੁੰਦੀ ਹੈ। 13 ਐਕਟ ਨੇ ਸਪੈਸ਼ਲ ਐਕਟ ਜਿਹੜੇ ਨੈਸ਼ਨਲ ਹਾਈਵੇਜ਼, ਉਹ 'ਚੋਂ ਇੱਕ ਹੈ 7 ਨੰਬਰ 'ਤੇ ਐਂਟਰੀ ਹੈ ਇਹਦੀ। ਠੀਕ ਹੈ। ਉਸੇ ਤਰ੍ਹਾਂ ਰੇਲਵੇਜ਼ ਐਕਟ ਹੈ, ਡਿਫਰੈਂਟ 13 ਐਕਟ ਬਣੇ ਹੋਏ ਨੇ। ਔਰ ਜਿਹੜੀ ਐਕੁਜੀਸ਼ਨ ਬਾਕੀ ਸਾਰੀ ਹੁੰਦੀ ਆ ਉਹ ਰਾਈਟ ਟੂ ਫੇਅਰ ਕੰਪਨਸੇਸ਼ਨ ਐਕਟ ਦੇ ਅੰਡਰ ਹੀ ਹੋਣੀ ਹੈ, A ਤੋਂ ਲੈ ਕੇ Z ਤੱਕ। ਪ੍ਰੋਪੋਜੀਸ਼ਨ ਦਾ ਰੌਲਾ ਪਿਆ ਵੀ ਇੱਕ ਨੈਸ਼ਨਲ ਹਾਈਵੇ ਰੇਲਵੇ ਐਕਟ ਦੇ ਅੰਡਰ ਮਤਲਬ ਮੁਆਵਜ਼ਾ ਤੈਅ ਹੋਣ ਦਾ ਕੁਐਸਚਨ ਰਾਈਜ਼ ਹੋਇਆ ਸੀ, ਤੇ ਇੱਕ ਓਲਡ ਐਕਟ ਸੀ, ਹੁਣ ਨਵਾਂ ਐਕਟ ਹੈ ਵੀ ਜਿਹੜਾ ਮੁਆਵਜ਼ਾ ਹੈ ਜਿਹੜੇ ਬੰਦੇ ਦੀ ਲੈਂਡ ਐਕਵਾਇਰ ਹੋਈ ਹੈ ਉਹਨੂੰ ਅਲੱਗ-ਅਲੱਗ ਮੁਆਵਜ਼ਾ ਮਿਲੂਗਾ। ਨਾਗਪੁਰ ਇੰਪਰੂਵਮੈਂਟ ਟਰਸਟ ਦੇ ਵਿੱਚ 1972 ਦੇ ਵਿੱਚ ਸੁਪਰੀਮ ਕੋਰਟ ਨੇ ਇਹ ਗੱਲ ਕਲੀਅਰ ਕਰਤੀ, ਮੁਆਵਜ਼ੇ ਦੇ ਬੇਸ 'ਤੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਊਗੀ। ਉਸ ਤੋਂ ਬਾਅਦ 2009 'ਚ 5 ਜੱਜਾਂ ਦੀ ਜੱਜਮੈਂਟ ਹਾਈ ਕੋਰਟ ਦੀ ਗੋਲਡਨ ਆਇਰਨ ਦਾ ਕੇਸ ਦੇ ਵਿੱਚ ਆਈ। ਉਹਨਾਂ ਨੇ ਨੈਸ਼ਨਲ ਹਾਈਵੇ ਦਾ 3J ਇੱਕ ਸੈਕਸ਼ਨ ਸੀ ਜਿਹੜਾ ਇਹ ਰੋਕ ਲਾਉਂਦਾ ਸੀ ਵੀ ਮੁਆਵਜ਼ਾ ਜਿਹੜਾ ਹੋਰ ਐਕਟ ਦੇ ਵਿੱਚ ਤੈਅ ਨਹੀਂ ਹੋਊਗਾ, ਉਹ ਵੀ ਤੋੜਤਾ। ਠੀਕ ਹੈ। ਡਿਕਲੇਅਰਡ ਇਟ ਅਨਕਨਸਟੀਟਿਊਸ਼ਨਲ। ਸੁਪਰੀਮ ਕੋਰਟ ਨੇ ਉਹਦੇ ਤੇ ਮੋਹਰ ਲਾਤੀ ਨਹੀਂ। ਉਸ ਤੋਂ ਬਾਅਦ ਤਰਸੇਮ ਸਿੰਘ ਦੀ ਜੱਜਮੈਂਟ ਲੇਟੈਸਟ ਹੁਣ ਸੁਪਰੀਮ ਕੋਰਟ ਨੇ ਫਿਰ ਇਹ ਗੱਲ ਦੁਹਰਾਤੀ ਕਿ ਵੀ ਮੁਆਵਜ਼ੇ ਦੇ ਉੱਤੇ ਕੋਈ ਦੋ ਰਾਏ ਨਹੀਂ, ਚਾਹੇ ਨੈਸ਼ਨਲ ਹਾਈਵੇ 'ਚ ਐਕਵਾਇਰ ਹੋਵੇ ਭਾਵੇਂ ਕਿਸੇ ਗਮਾਡਾ ਪੁੱਡਾ ਕਿਸੇ ਹੋਰ ਅਥਾਰਟੀ ਨੇ ਐਕੁਜੀਸ਼ਨ ਕੀਤੀ ਹੈ, ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋ ਸਕਦੀ। ਹੁਣ ਤੁਸੀਂ ਜਿਹੜਾ ਨਵਾਂ ਐਕਟ ਹੈ, ਪਹਿਲਾਂ ਮੈਂ ਉਹਦੇ 'ਤੇ ਆਉਣਾ ਜੀ। ਜਦੋਂ ਐਕਟ ਬਣਿਆ ਉਸ ਤੋਂ ਬਾਅਦ 28/8/2015 ਨੋਟੀਫਿਕੇਸ਼ਨ ਸੈਂਟਰਲ ਗਵਰਨਮੈਂਟ ਦੇ ਬੋਥ ਹਾਊਸਿਸ ਨੂੰ ਕਰਨਾ ਪਿਆ ਕਿ ਨੈਸ਼ਨਲ ਹਾਈਵੇਜ਼ ਦੇ ਵਿੱਚ ਵੀ ਮੁਆਵਜ਼ਾ ਇਸ ਐਕਟ ਦੇ ਤਹਿਤ ਤੈਅ ਹੋਊਗਾ। ਪਹਿਲਾ ਸ਼ਡਿਊਲ, ਸੈਕੰਡ ਤੇ ਤੀਜਾ ਸ਼ਡਿਊਲ ਲਾਗੂ ਨੇ ਇਹਦੇ 'ਤੇ। ਮੈਂ ਫਸਟ ਸ਼ਡਿਊਲ ਨੂੰ ਤਾਂ ਇਹ ਕਹਿੰਦਾ ਵੀ ਅਸੀਂ ਮੰਨਦੇ ਹਾਂ, ਉਹਦੀਆਂ ਧੱਜੀਆਂ ਕਿਵੇਂ ਉੱਡਦੀਆਂ ਨੈਸ਼ਨਲ ਹਾਈਵੇ ਦੇ ਜਦੋਂ ਐਕੁਜੀਸ਼ਨ ਹੋ ਰਹੀ ਹੈ, ਜਿਹਦੀ ਭਾਰਤਮਾਲਾ ਪ੍ਰਯੋਜਨਾ ਦੀ ਆਪਾਂ ਗੱਲ ਜ਼ਿਕਰ ਕਰਨ ਜਾ ਰਹੇ ਹਾਂ, ਉਹਦੇ 'ਤੇ ਵੀ ਆਉਣਾ। ਮੈਂ ਦੂਜੇ ਸ਼ਡਿਊਲ ਦਾ ਗੱਲ ਕਰਦਾ, ਜ਼ਿਕਰ ਕਰਦਾ ਸਟਾਰਟਿੰਗ ਦੇ ਵਿੱਚ ਤੁਹਾਡੇ ਨਾਲ, ਜਿੱਥੇ ਇਹ ਵੀ ਪ੍ਰਾਵਧਾਨ ਹੈ ਜੇ ਘਰ ਆਉਂਦਾ ਘਰ ਬਣਾ ਕੇ ਦੇਣਾ। ਮੈਂ ਤਾਂ 2018 'ਚ ਇਹ ਗੱਲ ਸਟਾਰਟ ਕਰਤੀ ਸੀ ਹਾਈ ਕੋਰਟ 'ਚ ਰਿਟ ਫਾਈਲ ਕਰਕੇ, ਤੇ ਇਹ ਉਸ ਰਿਟ ਦੇ ਵਿੱਚ ਉਸ ਤੋਂ ਬਾਅਦ ਹੋਰ ਰਿਟਾਂ ਦੇ ਵਿੱਚ ਇਹ ਅਲਫਨਾਮੇ ਦਾਇਰ ਕਰਦੇ ਰਹੇ ਕਿ ਵੀ ਨਹੀਂ, ਅਸੀਂ ਨੈਸ਼ਨਲ ਹਾਈਵੇ ਅਥਾਰਟੀ ਹੈ, ਅਸੀਂ ਸਾਡੇ 'ਤੇ ਇਹ ਲਾਗੂ ਨਹੀਂ ਸੈਕੰਡ ਸ਼ਡਿਊਲ। ਜਿੱਥੇ ਇੱਕ ਗੱਲ ਦੱਸੀਏ, ਘਰ ਦੇ ਵੱਟੇ ਘਰ ਬਣਾ ਕੇ ਦੇਣਾ, ਨੌਕਰੀ ਦੇਣਾ, ਕੈਟਲ ਸ਼ੈੱਡ, ਟਰਾਂਸਪੋਰਟੇਸ਼ਨ, 30 ਹੈੱਡ ਇਹ ਨੇ, ਅਲੱਗ-ਅਲੱਗ 14-15 ਹੈੱਡ ਇਹ ਨੇ। ਥਰਡ ਸ਼ਡਿਊਲ ਦੇ ਵਿੱਚ ਇੱਕ ਵੱਖਰੀ ਮਤਲਬ ਤੁਸੀਂ ਲੋਕੈਲਿਟੀ ਵਸਾ ਕੇ ਦੇਣੀ ਜਿਹ 'ਚ ਸਾਰੀਆਂ ਅਮਿਨਿਟੀਜ਼ ਹੋਣਗੀਆਂ। ਉਹ ਗੱਲ 'ਤੇ ਇਹ ਨਹੀਂ ਆਏ, ਪਰ ਹੁਣ ਹੁੰਦਾ ਕੀ ਹੈ ਜਿਹੜਾ ਮੈਂ ਤੁਹਾਨੂੰ ਸਟਾਰਟਿੰਗ 'ਚ ਕਲੀਅਰ ਕਰ ਦਿੰਦਾ। 7 ਪ੍ਰੋਜੈਕਟ ਜਿਹੜੇ ਨੇ ਇਹਨਾਂ ਨੇ ਹੋਰ ਐਕਵਾਇਰ ਕੀਤੇ 2021 'ਚ। ਠੀਕ ਹੈ। ਇਹ ਮੈਂ ਕੈਮਰਾਮੈਨ ਨੂੰ ਕਹੂੰਗਾ ਜੇ ਪੋਸੀਬਲ ਹੋਵੇ ਦਿਖਾ ਦਿਓ। ਹਿਮਾਚਲ ਪ੍ਰਦੇਸ਼, ਰਾਜਸਥਾਨ, ਆਂਧਰਾ ਪ੍ਰਦੇਸ਼, ਇਹ ਨੈਸ਼ਨਲ ਹਾਈਵੇ 700, ਇਹ ਸਾਰੇ ਨੈਸ਼ਨਲ ਹਾਈਵੇ ਨੇ। ਠੀਕ ਹੈ। ਠੀਕ ਹੈ। ਇਹ 7 ਪ੍ਰੋਜੈਕਟਾਂ 'ਚ ਕੀ ਹੁੰਦਾ ਹੈ, ਕਿਉਂਕਿ ਮੈਂ ਜਦੋਂ ਮੰਗਦਾ ਸੀ ਜੇ ਨਵੇਂ ਐਕਟ ਦੇ ਅਕੋਰਡਿੰਗਲੀ ਐਕਵਾਇਰ ਕਰਨੀ ਹੈ ਤਾਂ SIA ਵੀ ਬਣਨੀ ਹੈ, ਸੋਸ਼ਲ ਇੰਪੈਕਟ ਅਸੈਸਮੈਂਟ ਸਟੱਡੀ ਵੀ ਹੋਣੀ ਹੈ, ਤੇ RPF ਵੀ ਬਣਨਾ ਹੈ। ਉਹਦੇ ਵਿੱਚ ਇਹ ਹੁੰਦਾ ਪ੍ਰਾਵਧਾਨ ਵੀ ਕਿੰਨੇ ਬੰਦੇ ਇਫੈਕਟ ਹੋਣ ਵਾਲੇ ਨੇ, ਕਿੰਨੇ ਬੰਦਿਆਂ ਦਾ ਰੁਜ਼ਗਾਰ ਡਿਪੈਂਡੈਂਟ ਆ ਉਹਦੇ 'ਤੇ। ਜਿਵੇਂ ਰੁਜ਼ਗਾਰ ਕਿਵੇਂ, ਇੱਕ ਦੁਕਾਨਦਾਰ ਨੇ ਦੁਕਾਨ ਚੱਲ ਰਹੀ ਹੈ, ਉਹਦੀ ਦੁਕਾਨ ਆ ਰਹੀ ਹੈ, ਦੁਕਾਨ 'ਤੇ ਜਿਹੜਾ ਬੰਦਾ ਕੰਮ ਕਰ ਰਿਹਾ ਉਹਦਾ ਟੱਬਰ ਵੀ ਤਾਂ ਉਹਦੇ 'ਤੇ ਪਲ ਰਿਹਾ। ਤੁਸੀਂ ਕਹਿੰਦੇ ਹੋ ਵੀ ਜਿਹੜਾ ਪ੍ਰੋਜੈਕਟ ਹਾਈਵੇ ਨਿਕਲ ਰਿਹਾ ਉਹਦੇ ਵਿੱਚ ਦੁਕਾਨ ਆ ਗਈ, ਚਾਹੇ ਉਹ ਕੋਈ ਉੱਤੇ ਰੇਹੜੀ ਫੜੀ ਲਾਉਂਦਾ ਹੈ, ਜਿਹਦਾ ਰੁਜ਼ਗਾਰ ਚੱਲ ਰਿਹਾ ਹੈ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਪਰਿਵਾਰ ਵੀ ਪੂਰੇ ਤੌਰ 'ਤੇ ਜਾਂ ਉਹ ਸਾਰੇ ਰੁਜ਼ਗਾਰ ਵਾਲੇ ਵੀ ਤਾਂ ਪ੍ਰਭਾਵਿਤ ਹੋਣਗੇ। ਸੜਕ ਬਣਾਉਣ ਨਾਲ ਕੋਈ ਰੁਜ਼ਗਾਰ ਬਣ ਰਿਹਾ ਕਿ ਨਹੀਂ ਬਣ ਰਿਹਾ? ਬਿਲਕੁਲ, ਇਹਦਾ ਪ੍ਰਾਵਧਾਨ ਹੈ ਨਵੇਂ ਐਕਟ ਦੇ ਵਿੱਚ। ਐਕਟ ਤੋਂ ਉੱਤੇ ਨਹੀਂ ਨੈਸ਼ਨਲ ਹਾਈਵੇ,
ਇਹ ਮੈਂ ਤੁਹਾਨੂੰ ਉੱਥੇ ਹੀ ਆਉਣਾ, ਉਹ ਜਿਹੜਾ ਪਰਿਵਾਰ ਪ੍ਰਭਾਵਿਤ ਹੋ ਰਿਹਾ ਇਦਾਂ ਹੀ ਜਿਹੜਾ ਕੋਈ ਬੰਦਾ ਖੇਤੀ ਵਾਲਾ ਘਰ ਉਹਦਾ ਆ ਰਿਹਾ, ਠੀਕ ਹੈ, ਐਗਰੀਕਲਚਰਲ ਆ ਰਿਹਾ, ਉਹਦੇ ਤੇ ਜਿਹੜਾ ਉਹਨੇ ਸਾਂਝੀ ਰੱਖਿਆ ਜਾਂ ਉਹਦਾ ਪਰਿਵਾਰ ਹੈ ਉਹ ਵੀ ਵਿੱਚ ਇਨਕਲੂਡਡ ਹੈ ਇਹਦੇ ਵਿੱਚ। ਠੀਕ ਹੈ, ਇਹ ਪਟੀਸ਼ਨ 'ਚ ਚਲੋ ਕਹਿੰਦੇ ਰਿਪਲਾਈ ਵੀ ਇਹ ਸਾਡੇ ਤੇ ਲਾਗੂ ਨਹੀਂ। ਆਹ ਪ੍ਰੋਜੈਕਟਾਂ ਦੇ ਵਿੱਚ ਸੱਤਾਂ ਦੇ ਵਿੱਚ ਰੇਹੜੀ ਵਾਲਾ, ਫੜੀ ਵਾਲਾ, ਕਿਸੇ ਬੰਦੇ ਕੋਈ ਨਜਾਇਜ਼ ਕਾਬਜ਼ ਹੈ ਉਹਦੀ ਡਿਪੈਂਡੈਂਸ ਸਾਰਿਆਂ ਨੂੰ ਦੇਤੇ। ਠੀਕ ਹੈ, ਮੇਰਾ ਤਾਂ ਆਰਟੀਕਲ 14 'ਚ ਕਵਰ ਹੋ ਗਿਆ, ਪਟੀਸ਼ਨ ਸਾਰੇ ਪੈਂਡਿੰਗ ਪਏ ਨੇ ਮੇਰੇ। ਹੁਣ ਮੈਂ ਹੁਣ ਕੋਰਟ ਇਹਨਾਂ ਤੋਂ ਪੁੱਛ ਰਿਹਾ, all the matters are listed before the division bench of the high court and one bench is pending before the Shimla high court. So court is ਇਹਨਾਂ ਨੂੰ ਇਨਕੁਆਰੀਆਂ ਇਹ ਪੁੱਛ ਰਿਹਾ ਇਹਨਾਂ ਤੋਂ, ਸੈਕਟਰੀ ਤੋਂ, ਇਹ ਗਲਤ ਕੋਈ ਕਿਸੇ ਦਾ ਐਫੀਡੈਵਿਟ ਫਾਈਲ ਕਰ ਰਿਹਾ ਜਾਂ ਟਾਈਮ ਲੈ ਰਹੇ ਨੇ ਇਹ। ਜੇ ਜਿਹੜਾ ਆਰਟੀਕਲ 14 ਹੈ ਰਾਈਟ ਟੂ ਇਕੁਐਲਿਟੀ ਐਕਟ ਨੂੰ ਮੈਂ ਇੱਕ ਵਾਰ ਪਿੱਛੇ ਵੀ ਛੱਡਦਾ ਤਾਂ ਵੀ ਇਹਨਾਂ ਨੂੰ ਦੇਣਾ ਪਊਗਾ। ਬਿਲਕੁਲ। ਜਿਹੜਾ ਮੈਂ ਇੱਥੋਂ ਇਹ ਤੁਹਾਨੂੰ ਤਾਂ ਦਿਖਾਇਆ ਸਟਾਰਟਿੰਗ ਦੇ ਵਿੱਚ ਵੀ ਡਿਸਕ੍ਰਿਮੀਨੇਸ਼ਨ ਕਿਉਂ, ਮੈਂ ਤਾਂ ਇੱਥੋਂ ਤੱਕ ਕਹਿਤਾ ਸੀ ਵੀ ਮੈਂ ਪੰਜਾਬ ਦੇ ਮੈਟਰ ਮੈਕਸਿਮਮ ਦੇਖ ਰਿਹਾ ਜਿੰਨੇ ਵੀ ਇਹ ਪ੍ਰੋਜੈਕਟ। ਆਈ ਐਮ ਸੇਇੰਗ ਆਰ ਵੀ ਫਰੋਮ ਸਮ ਅਦਰ ਪਲੈਨਟ, ਕਿ ਅਸੀਂ ਕਿਸੇ ਹੋਰ ਗ੍ਰਹਿ ਤੋਂ ਆਏ ਹਾਂ। ਦੇ ਤੌਰ ਤੇ ਮੈਂ ਕਹਿ ਦਵਾਂ ਪੰਜਾਬ ਨਾਲ ਮਤਭੇਦ ਹੁੰਦਾ। ਇੱਕ ਵਾਰੀ ਮੈਂ ਗੁਰਜੀਤ ਕੌਰ ਜੀ ਕੋਲ ਜਾਣਾ ਇਸ ਗੱਲ ਨੂੰ ਲੈ ਕੇ। ਇੱਕ ਵਾਰੀ ਚਰਨਪਾਲ ਜੀ, ਗੁਰਜੀਤ ਜੀ, ਜਿਸ ਤਰੀਕੇ ਨਾਲ ਗੱਲਬਾਤ ਕੀਤੀ ਗਈ ਕਿ ਅਸੀਂ ਕਿਸੇ ਹੋਰ ਗ੍ਰਹਿ ਤੋਂ ਆਏ ਹਾਂ, ਸਿੱਧੇ ਤੌਰ ਤੇ ਇੱਕ ਸ਼ਬਦ ਵਰਤਿਆ ਗਿਆ, ਪੰਜਾਬ ਵਾਲਿਆਂ ਲਈ ਵਰਤਿਆ ਗਿਆ, ਪਰ ਜਦੋਂ ਅਸੀਂ ਇੱਕ ਸਮਾਨਤਾ ਬਰਾਬਰਤਾ ਦੀ ਗੱਲ ਕਰਦੇ ਹਾਂ ਤੇ ਜਿਹੜੇ ਕਾਨੂੰਨ ਸਮਾਨਤਾ ਬਰਾਬਰਤਾ ਦਿੰਦੇ, ਜਦੋਂ ਉਹਨਾਂ ਕਾਨੂੰਨਾਂ ਦੇ ਵਿੱਚ ਵੱਖਰੇ ਵੱਖਰੇ ਪ੍ਰੋਜੈਕਟਾਂ ਤਹਿਤ ਵੱਖਰੀ ਵੱਖਰੀ ਜ਼ਮੀਨ ਚਾਹੇ ਉਹ ਇੱਕੋ ਥਾਂ ਤੋਂ ਅਕਵਾਇਰ ਕੀਤੀ ਜਾਂਦੀ ਹੈ, ਤਾਂ ਉੱਥੇ ਜਿਹੜਾ ਰੇਟ ਵਾਲਾ ਹੈ ਉਹ ਮਤਭੇਦ ਕਿਉਂ ਖੜਾ ਕੀਤਾ ਜਾਂਦਾ ਆ? ਸਰ ਇਹਦਾ ਬੈਟਰ ਜਵਾਬ ਵੈਸੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਦੇਣਾ ਚਾਹੀਦਾ, ਬਿਕੋਜ਼ ਬਟ ਅਸੀਂ ਤੁਹਾਨੂੰ ਇਹ ਦੱਸ ਸਕਦੇ ਹਾਂ ਕਿ ਕਿਸ ਲੈਵਲ ਤੇ ਵਿਤਕਰਾ ਹੋ ਰਿਹਾ ਹੈ। ਤੁਸੀਂ ਇੱਕ ਐਗਜ਼ਾਮਪਲ ਲੈ ਲਓ, ਇੱਥੇ PR7 ਰੋਡ ਵਾਸਤੇ ਇਸੇ ਖਰੜ ਤੋਂ ਹੀ ਜ਼ਮੀਨ ਐਕਵਾਇਰ ਹੁੰਦੀ ਹੈ। ਉਹਦੇ ਲਈ ਪ੍ਰੋਪਰ ਸੋਸ਼ਲ ਇੰਪੈਕਟ ਅਸੈਸਮੈਂਟ ਵੀ ਹੁੰਦੀ ਹੈ, ਉਹਦੇ ਲਈ ਰਿਹੈਬਿਲਿਟੇਸ਼ਨ ਪੋਲਿਸੀ ਫਰੇਮਵਰਕ ਵੀ ਹੁੰਦਾ ਹੈ, ਕਿਹਦੀ ਕਿੰਨੀ ਜ਼ਮੀਨ ਆ ਰਹੀ ਹੈ, ਉਹਨਾਂ ਲੋਕਾਂ ਨੂੰ ਇਹਦਾ ਪ੍ਰੋਜੈਕਟ ਦਾ ਫਾਇਦਾ ਕੀ ਹੋਏਗਾ, ਹਰ ਇੱਕ ਚੀਜ਼ ਨੂੰ ਵਾਚਿਆ ਜਾਂਦਾ ਹੈ। ਪਰ ਇਸ ਨੈਸ਼ਨਲ ਹਾਈਵੇ ਦੇ ਦੂਸਰੀ ਸਾਈਡ ਇੱਕ ਜ਼ਮੀਨ ਦਾ ਟੁਕੜਾ ਐਕਵਾਇਰ ਹੁੰਦਾ ਹੈ, ਇੱਕ ਪੂਰਾ ਚੰਕ ਐਕਵਾਇਰ ਹੁੰਦਾ ਹੈ 12-14 ਪਿੰਡਾਂ ਦਾ, ਜਿਨ੍ਹਾਂ ਦੇ ਵਿੱਚ ਆਪਾਂ ਲਗਾ ਲਈਏ 200A ਨੈਸ਼ਨਲ ਹਾਈਵੇ ਦਾ ਨਾਮ ਦਿੱਤਾ ਉਹਨੂੰ, ਮਾਮੂਪੁਰ, ਝਿੰਗੜਾਂ, 205A ਨਗਿਆਰੀ, ਇਹਨਾਂ ਸਭ ਪਿੰਡਾਂ ਦੇ ਵਿੱਚ ਜਿਹੜੀ ਜ਼ਮੀਨ ਐਕਵਾਇਰ ਹੁੰਦੀ ਹੈ ਉਹਦੇ ਵਿੱਚ ਕੋਈ ਸੋਸ਼ਲ ਇੰਪੈਕਟ ਅਸੈਸਮੈਂਟ ਨਹੀਂ, ਉਹ ਜਦ ਕਿ ਉਹ ਲੋਕ ਨੇ ਜਿਹੜੇ ਉਹ ਲੈਂਡ ਲੈਸ ਵੀ ਹੋ ਰਹੇ ਨੇ। ਠੀਕ ਹੈ। ਇਹ ਉਸ ਕੇਸ ਦੇ ਵਿੱਚ ਕੋਈ ਰਿਹੈਬਿਲਿਟੇਸ਼ਨ ਪੋਲਿਸੀ ਫਰੇਮਵਰਕ ਨਹੀਂ, ਕਿ ਉਹਨਾਂ ਨੂੰ ਆਪਣੇ ਹੱਕ, ਕੀ ਉਹਨਾਂ ਨੂੰ ਆਪਣੀਆਂ ਦਿੱਕਤਾਂ, ਆਪਣੇ ਹੱਕ ਰੱਖਣ ਦਾ ਕੋਈ ਹੱਕ ਨਹੀਂ ਹੈ। ਇਹ ਐਦਾਂ ਦੇ ਵਿਤਕਰੇ ਜਾਂ ਤਾਂ ਅਸੀਂ ਆਰਟੀਕਲ 14 ਦੇ ਵਿੱਚ ਲੈਜਿਸਲੇਚਰ ਨੇ ਇਹ ਸਾਨੂੰ ਪਾਰਲੀਮੈਂਟ ਨੇ ਹੱਕ ਇਹ ਦਿੱਤਾ ਹੈ, ਲੈਜਿਸਲੇਚਰ ਨੇ, ਕਿ ਵੀ ਤੁਸੀਂ ਡਿਫਰੈਂਸ ਕਰ ਸਕਦੇ ਹੋ, ਪਰ ਉਹਦਾ ਕੋਈ ਇੰਟੈਂਜੀਬਲ ਡਿਫਰੈਂਸ ਜਾਂ ਕੁਝ ਹੋਣਾ ਚਾਹੀਦਾ, ਉਹਦਾ ਕੋਈ ਬੇਸ ਹੋਣਾ ਚਾਹੀਦਾ। ਉਹ ਜ਼ਮੀਨ ਹੈ ਤੁਸੀਂ ਗੱਲ ਕਰ ਰਹੇ ਹੋ, ਉਹ ਵਾਹੀਯੋਗ ਜ਼ਮੀਨ ਕਿੰਨੀ ਹੈ ਉਹਦੇ ਵਿੱਚ? ਮੈਕਸਿਮਮ ਵਾਹੀਯੋਗ ਜ਼ਮੀਨ ਹੈ। ਹਾਂਜੀ, ਕਿਸਾਨ ਪਰਿਵਾਰਾਂ ਦਾ ਰੋਜ਼ਗਾਰ ਉਹਦੇ ਵਿੱਚ ਹੈ। ਤੇ ਜਿਹੜੇ ਪਹਿਲਾਂ ਸਮਾਲ ਫਾਰਮਰ ਸੀ ਉਹ ਮਾਰਜਨਲ ਹੋ ਗਏ ਨੇ, ਕਈ ਲੈਂਡਲੈਸ ਹੋ ਗਏ ਨੇ, ਤੇ ਮਤਲਬ ਉਹਨਾਂ ਲੋਕਾਂ ਦੀਆਂ ਪ੍ਰੋਬਲਮਾਂ ਸੁਣਨ ਦੀ ਬਜਾਏ ਇਹ ਕੀ ਕਰ ਰਹੇ ਨੇ, ਉਹਨਾਂ ਨੂੰ ਬਿਨਾਂ ਪੋਜੈਸ਼ਨ ਨੋਟਿਸ ਦਿੱਤੇ, ਬਿਨਾਂ ਉਹਨਾਂ ਦੇ ਕੰਪਨਸੇਸ਼ਨ ਚੱਕੇ, ਤੇ ਉਹਨਾਂ 60 ਦਿਨਾਂ ਦਾ ਇੱਕ ਮੈਂਡੇਟ ਪਹਿਲਾਂ ਦੇਣਾ ਹੁੰਦਾ ਹੈ, ਉਸ ਤੋਂ ਬਾਅਦ 60 ਦਿਨ ਦਾ ਦੁਬਾਰਾ ਤੋਂ ਦੇਣਾ ਹੁੰਦਾ ਹੈ, 2 ਵਾਰੀ ਨੋਟਿਸ ਦੇਣਾ ਹੁੰਦਾ ਹੈ। ਕਿ ਪਹਿਲਾ ਨੋਟਿਸ ਹੁੰਦਾ ਕਿ ਆਪਣੇ ਪੈਸੇ ਰਿਸੀਵ ਕਰੋ, ਦੂਸਰਾ ਹੁੰਦਾ ਕਿ ਤੁਸੀਂ ਕਬਜ਼ਾ ਛੱਡੋ, ਨਹੀਂ ਤਾਂ ਫਿਰ ਸਰਕਾਰ ਜ਼ੋਰ ਜ਼ਬਰਦਸਤੀ ਕਰੇ। ਹਾਂਜੀ, ਔਰ ਉਹ ਦੋਨੋਂ ਨੋਟਿਸ ਨੇ ਜਿਹੜੇ ਉਹ ਉਸੇ ਨਿਊਜ਼ਪੇਪਰ 'ਚ ਦੇਣੇ ਹੁੰਦੇ ਨੇ ਜਿਹਦੇ 'ਚ 3A ਦਾ ਨੋਟੀਫਿਕੇਸ਼ਨ ਆਇਆ। ਪਰ ਇਸ ਕੇਸ ਦੇ ਵਿੱਚ ਕੀ ਕੀਤਾ, ਜਿਵੇਂ ਲੁਕਵੇਂ ਤੌਰ ਤੇ ਇੱਕ ਪਾਇਓਨੀਅਰ ਨਾਮ ਦਾ ਨਿਊਜ਼ਪੇਪਰ ਹੈ ਜਿਹਦੀ ਕਿ ਪੰਜਾਬ 'ਚ ਸਰਕੂਲੇਸ਼ਨ ਬਹੁਤ ਘੱਟ ਹੈ, ਉਹਦੇ ਵਿੱਚ ਦੇ ਦਿੱਤੀ ਹੈ ਇਹਨਾਂ ਨੇ ਨੋਟੀਫਿਕੇਸ਼ਨ, ਤਾਂ ਕਿ ਇੱਕ ਫਾਰਮੈਲਿਟੀ ਕੀਤੀ ਜਾਵੇ, ਤੇ ਤੁਸੀਂ ਇਸ ਚੀਜ਼ ਨੂੰ ਧੱਕੇ ਤੋਂ ਜ਼ਿਆਦਾ ਹੋਰ ਕੁਝ ਨਹੀਂ ਕਹਿ ਸਕਦੇ। ਇਸ ਤੌਰ ਤੇ ਮੈਂ ਕਹਿ ਦਵਾਂ ਕਿ ਸਰਕਾਰ ਹੱਥਕੰਡੇ ਅਪਣਾਉਂਦੀ ਹੈ ਕਿਸਾਨਾਂ ਤੋਂ ਜ਼ਮੀਨ ਖੋਹਣ ਦੇ। ਚਰਨਪਾਲ ਜੀ, ਕਿਸਾਨਾਂ ਤੋਂ ਜ਼ਮੀਨ ਖੋਈ ਜਾ ਰਹੀ ਹੈ। ਕਿਸਾਨਾਂ ਦਾ ਮੈਂ ਹੁਣ ਧਰਨੇ ਦੀ ਗੱਲ ਕਰਾਂਗਾ, ਹਾਲਾਂਕਿ ਕਿਸਾਨ ਇਸ ਚੀਜ਼ ਦਾ ਅੰਦਾਜ਼ਾ ਲਾਉਂਦੇ ਸੀ, ਪਰ ਜਦੋਂ ਕਿਸਾਨ ਇਸ ਗੱਲ ਤੋਂ ਖੁਸ਼ ਵੀ ਹੋ ਜਾਂਦੇ, ਲਓ ਵੀ ਮੇਰੀ ਜ਼ਮੀਨ ਆ ਗਈ ਹਾਈਵੇ 'ਚ, ਤੇ ਅੱਜ 50 ਲੱਖ ਦਾ ਕਿੱਲਾ, 1 ਕਰੋੜ ਦਾ ਕਿੱਲਾ, ਇਹ ਗੱਲਾਂ ਵੀ ਤਾਂ ਕਿਤੇ ਨਾ ਕਿਤੇ ਪਾਉਂਦੀਆਂ ਤਾਂ ਘੇਰਾਬੰਦੀ ਵਾਲੀਆਂ ਗੱਲਾਂ ਹੁੰਦੀਆਂ ਨੇ। ਦੇਖੋ, ਮੈਂ ਜਿੰਨੇ ਮੇਰੇ ਕਲਾਇੰਟ ਸੀਗੇ ਮੈਂ ਉਹਨਾਂ ਨੂੰ ਇਹੀ ਐਡਵਾਈਸ ਕਰਦਾ ਰਿਹਾ ਕਿ ਵੀ ਤੁਸੀਂ ਇਹ ਆਫਰ ਹੈ ਇੱਕ ਤਰ੍ਹਾਂ ਦੀ, ਤੁਸੀਂ 1 ਕਰੋੜ ਨਾ ਦੇਖੋ, 1.25 ਕਰੋੜ ਨਾ ਦੇਖੋ। 2017 ਦੇ ਵਿੱਚ ਮੈਂ ਫਤਿਹਗੜ੍ਹ ਸਾਹਿਬ ਦੇ 8 ਪਿੰਡਾਂ ਦੀ ਗੱਲ ਕਰਨ ਜਾ ਰਿਹਾ, ਉਦੋਂ ਮੈਂ 2.25 ਕਰੋੜ ਐਗਰੀਕਲਚਰ ਦਾ
ਠੀਕ ਹੈ। 4.25 ਕਰੋੜ ਕਮਰਸ਼ੀਅਲ ਦਾ ਆਲਰੇਡੀ ਰਿਲੀਜ਼ ਕਰਾ ਚੁੱਕੇ ਆ। 31/5/2017 ਦੀ ਜੱਜਮੈਂਟ ਜਿਹੜੀ ਆ ਉਹ DVD ਬਣ ਚੁੱਕੀ ਹੈ। ਗੱਲ ਪੈਸੇ ਦੀ ਜਿਹੜੀ ਹੈ, ਤੁਸੀਂ ਕਰੋੜ 1.25 ਕਰੋੜ ਨਹੀਂ, ਜਿਹੜੀ ਮਾਰਕੀਟ ਵੈਲਿਊ ਲੈ ਰਿਹਾ ਉੱਥੇ ਦੁੱਖ ਹੈ। ਨੈਸ਼ਨਲ ਹਾਈਵੇ ਅਥਾਰਟੀ ਦੇ ਜਿਹੜੇ ਵਰਕ ਕਰ ਰਹੇ ਆ ਉਹ ਤੋਂ ਤਾਂ ਚਲੋ ਦੁੱਖ ਹੈ, ਜ਼ਿਆਦਾ ਦੁੱਖ ਜਿਹੜੇ ਸਾਡੇ ਡੈਜ਼ਿਗਨੇਟਡ ਜਿਵੇਂ SDM DRO ਨੂੰ ਸੈਂਟਰਲ ਗਵਰਨਮੈਂਟ ਨੇ ਅੰਡਰ ਸੈਕਸ਼ਨ 3A ਦੇ ਵਿੱਚ ਡੈਜ਼ਿਗਨੇਟ ਕਰਨਾ ਹੁੰਦਾ, ਕਾਲਾ, ਜਿਹਨੂੰ CALA ਮਤਲਬ ਆਪਾਂ ਯੂਜ਼ ਕਰਦੇ ਹਾਂ, ਕੰਪੀਟੈਂਟ ਅਥਾਰਟੀ ਫਾਰ ਦੀ ਲੈਂਡ ਐਕੁਜੀਸ਼ਨ। ਉਹ ਜਿਹੜੇ ਮਤਲਬ ਮੈਨੂੰ ਇੰਨਾ ਦੁੱਖ ਹੁੰਦਾ ਹੈ। ਐਕਟ ਕਲੀਅਰ ਹੈ, ਸੈਕਸ਼ਨ 26 ਚ ਮੁਆਵਜ਼ਾ ਤੈਅ ਹੁੰਦਾ, ਉਹਦੀ ਸੈਕੰਡ ਲਾਸਟ ਪ੍ਰੋਵੀਜ਼ਨ ਕੀ ਕਹਿੰਦੀ ਹੈ, ਦੀ ਕਲੈਕਟਰ ਸ਼ੈਲ ਟੇਕ ਐਵਰੀ ਸਟੈਪ ਟੂ ਅਪਡੇਟ ਦੀ ਪ੍ਰੈਵਲੈਂਟ ਮਾਰਕੀਟ ਰੇਟ ਐਟ ਪ੍ਰੈਵਲੈਂਟ ਮਾਰਕੀਟ ਪ੍ਰਾਈਸ। ਉਹ ਮੈਂਡੇਟਰੀ ਹੈ। ਇਹ ਪੁਰਾਣੇ ਚੱਕੀ ਜਾ ਰਹੇ ਨੇ ਸਾਰੇ, ਜਿੱਥੇ ਸੇਲ ਡੀਡ ਕੋਈ ਘੱਟ ਹੈ। ਸੇਲ ਡੀਡ ਤਾਂ ਜਿਹੜਾ ਕਲੈਕਟਰ ਰੇਟ ਹੈ, ਕਲੈਕਟਰ ਰੇਟ ਸੁਪਰੀਮ ਕੋਰਟ ਨੇ 10 ਜੱਜਮੈਂਟਾਂ ਤੋਂ 20 ਜੱਜਮੈਂਟਾਂ ਨੇ ਕਲੈਕਟਰ ਰੇਟ ਇਹ ਹੈਲਡ ਕਰਤਾ ਇਜ਼ ਨਾਟ ਟਰੂ ਡਿਪਿਕਟਿਵ ਆਫ ਦੀ ਮਾਰਕੀਟ ਵੈਲਿਊ। ਪਹਿਲਾਂ ਤਾਂ ਸਟੈਪ ਪਹਿਲਾਂ ਹੀ ਨਹੀਂ, ਮੈਂ ਕਹਿੰਦਾ RPF ਤੇ SIA ਨੂੰ ਛੱਡ ਦਿਓ। ਮੇਰੀਆਂ ਐਕੁਜੀਸ਼ਨ ਦੀਆਂ ਪਟੀਸ਼ਨਸ ਕਿਉਂ ਖੜੀਆਂ, ਮੈਂ ਇਹੀ ਚੈਲੰਜ ਕਰਿਆ ਵੀ ਜਿਹੜੇ ਬੰਦੇ ਨੂੰ ਤੁਸੀਂ ਮੰਨ ਲਓ ਡੈਜ਼ਿਗਨੇਟ ਕੀਤਾ ਕੰਪੀਟੈਂਟ ਅਥਾਰਟੀ ਨੈਸ਼ਨਲ ਹਾਈਵੇ 'ਚ, ਜਾਂ ਤਾਂ ਉਹਦੇ ਕੋਲ ਰਿਵਾਈਜ਼ ਕਰਨ ਦੀ ਪਾਵਰ ਨਹੀਂ, ਕਿਉਂਕਿ DC ਕਰ ਸਕਦਾ ਸਰਕਲ ਰੇਟ ਰਿਵਾਈਜ਼। ਚਲੋ ਜੇ ਉਹਨੂੰ ਅਪੁਆਇੰਟ ਕਰਤਾ, ਉਹਨੇ ਸਭ ਤੋਂ ਪਹਿਲਾ ਸਟੈਪ ਲਿਆ ਕਿ ਉਹਨੇ ਅਪਡੇਟ ਕੀਤੀ ਮਾਰਕੀਟ ਵੈਲਿਊ ਕਾਹਦੇ ਤੇ, ਮਾਰਕੀਟ ਪ੍ਰੀਵੇਲਿੰਗ ਪ੍ਰਾਈਸ। ਲੈਜਿਸਲੇਚਰ ਜਿਹੜਾ ਇਹ ਐਕਟ ਬਣਿਆ ਇਹ 545 MPs ਨੇ ਬਣਾਇਆ। ਉਸ ਤੋਂ ਬਾਅਦ ਇਹਨੂੰ ਅਸੈਂਟ ਮਿਲੀ ਆ ਆਫ ਦੀ ਪ੍ਰੈਜ਼ੀਡੈਂਟ ਆਫ ਇੰਡੀਆ। ਇਹਦੇ ਤੋਂ ਉੱਤੇ ਤਾਂ ਕੋਈ ਨਹੀਂ, ਉਹਨਾਂ ਨੂੰ ਪੜ੍ਹਨਾ ਨਹੀਂ ਆ ਰਿਹਾ ਐਕਟ। ਇਹ ਉਹਨੂੰ ਰਿਵਾਈਜ਼ ਕੌਣ ਕਰੂਗਾ? ਅਵਾਰਡ ਦੇ ਪ੍ਰੋਨਾਊਂਸਮੈਂਟ ਦੇ ਵਿੱਚ ਇੱਕ ਫਸਟ ਸ਼ਡਿਊਲ ਦੇ ਵਿੱਚ ਇੱਕ ਸਟੇਜ ਦਿੱਤੀ ਹੋਈ ਹੈ, ਸਟੈਪ ਵਾਈਜ਼ ਦਿੱਤਾ ਹੋਇਆ। ਤੁਸੀਂ ਮਾਰਕੀਟ ਵੈਲਿਊ, ਉਸ ਤੋਂ ਬਾਅਦ ਮਲਟੀਪਲਾਇਰ ਫੈਕਟਰ, ਫਿਰ ਫਿਕਸ ਐਸੈਟ ਜਿਹੜੇ ਖੜੇ ਨੇ, ਜਿਵੇਂ ਚਾਹੇ ਬੋਰ ਹੈ, ਚਾਹੇ ਉਹਦੇ 'ਤੇ ਕੋਈ ਬਿਲਡਿੰਗ ਹੈ, ਢਾਂਚਾ ਹੈ, ਮੋਟਰ ਕੋਠਾ ਹੈ, ਕੱਲੇ ਚੀਜ਼ ਦੀ ਇੱਕ ਟਰੀ ਦੀ ਤੋਂ ਇੱਕ ਤਾਂ ਮੈਂ ਤੁਹਾਨੂੰ ਦੱਸਦਾ, ਜਿੰਨੇ ਲੋਕਾਂ ਦੀ ਲੈਂਡ ਅਕਵਾਇਰ ਹੋ ਰਹੀ ਹੈ, ਜੇ ਮੈਨੂੰ ਸੁਣ ਰਹੇ ਹੋ, ਮੈਂ ਕੋਸ਼ਿਸ਼ ਕਰ ਰਿਹਾ ਤੁਹਾਨੂੰ ਸਮਝਾਉਣ ਦੀ। ਇੱਕ ਚੀਜ਼ ਜਿਹੜੀ ਉਹਦੇ 'ਤੇ ਉੱਗੀ ਹੋਈ ਹੈ, ਤੁਸੀਂ ਲਾਈ ਹੈ, ਕੁਦਰਤੀ ਤੌਰ 'ਤੇ ਖੜੀ ਹੈ, ਤੁਹਾਡਾ ਕੋਈ ਇੱਕ ਇੱਟ ਵੀ ਲੱਗੀ ਹੋਈ ਹੈ ਨਾ, ਅੰਡਰਗਰਾਊਂਡ ਵਾਟਰ ਪਾਈਪਲਾਈਨ ਤਾਂ ਸਾਰਿਆਂ ਦੇ ਪਏ ਆ, ਮੋਟਰ ਕੋਠੇ ਪਏ ਆ। ਜਿੰਨੀ ਦੇਰ ਤੱਕ ਇੱਕ ਰੁਪਇਆ ਉਹਦਾ ਮੁਆਵਜ਼ਾ ਤੈਅ ਨਹੀਂ ਹੁੰਦਾ ਔਰ ਉਹ ਨਹੀਂ ਪ੍ਰੋਵਾਈਡ ਕੀਤਾ ਜਾਂਦਾ, ਤੁਹਾਨੂੰ ਇਹ ਕਬਜ਼ਾ ਨਹੀਂ ਲੈ ਸਕਦੇ। ਮੇਰਾ ਇੱਥੇ ਸਵਾਲ ਜੁੜ ਗਿਆ ਨਾਲ, ਤੁਸੀਂ ਕਿਹਾ ਵੀ ਇੱਕ ਸਿੱਧੇ ਤੌਰ ਤੇ ਮੰਨ ਲਈਏ ਕਿ ਇੱਕ ਰੁੱਖ ਵੀ ਖੜਾ, ਇੱਕ ਨਿੰਮ ਵੀ ਖੜੀ ਹੈ, ਠੀਕ ਹੈ, ਇੱਕ ਨਿੰਮ ਖੜੀ ਹੈ ਜਾਂ ਇੱਕ ਅਸੀਂ ਕਿੱਕਰ ਖੜੀ ਹੈ ਜਿਹਦੀ ਗਾਂ ਲੱਕੜ ਵਰਤੀ ਜਾ ਸਕਦੀ ਹੈ। ਇਹ ਫੈਸਲਾ ਤੁਸੀਂ ਤਾਂ ਕਹਿੰਦੇ ਹੋ ਕਿ ਰੇਟ ਰਿਵਾਈਜ਼ ਨਹੀਂ ਕੀਤੇ ਜਾ ਰਹੇ। ਹੁਣ ਇਹ ਰੇਟ ਰਿਵਾਈਜ਼ ਕਿਵੇਂ ਹੋਣਗੇ? ਇਹ ਫੈਸਲਾ ਕਰੂਗਾ ਕੌਣ ਕਿ ਜਿਹੜੀ ਉੱਥੇ ਫਸਲ ਖੜੀ ਹੈ ਜਾਂ ਜਿਹੜਾ ਉੱਥੇ ਰੁੱਖ ਖੜਾ ਉਹਦਾ ਸਹੀ ਮੁੱਲ ਕੀ ਹੈ? ਦੇਖੋ, ਇਹਦਾ ਸਹੀ ਮੁੱਲ ਤਾਂ ਇਹਨੇ ਜਿਹੜਾ ਕੰਪੀਟੈਂਟ ਅਥਾਰਟੀ ਨੂੰ ਡੈਜ਼ਿਗਨੇਟ ਕੀਤਾ, ਠੀਕ ਹੈ, ਇਹ ਇੱਕ ਇੰਡੀਪੈਂਡੈਂਟ ਅਥਾਰਟੀ ਹੈ। ਮੈਂ ਤੁਹਾਨੂੰ ਦੱਸਦਾ ਹੁੰਦਾ ਕੀ ਹੈ, ਕਿਉਂਕਿ ਟਾਈਮ ਥੋੜ੍ਹਾ ਜਿਹਾ ਘੱਟ ਹੈ, ਕਹਿਣ ਲਈ ਬਹੁਤ ਕੁਛ ਹੈ, ਸ਼ਾਇਦ ਮੈਂ ਕਿਤੇ ਨਾ ਕਿਤੇ ਉੱਥੇ ਵੀ ਕੋਈ ਚੀਜ਼ ਰਹਿ ਨਾ ਜਾਵੇ। ਮੈਂ ਗੱਲ ਇਹ ਕਰਨ ਜਾ ਰਿਹਾ, ਜਿਹੜਾ ਇੱਕ ਕੱਲ੍ਹ ਹੈ, ਜਿਹੜਾ ਕੰਪੀਟੈਂਟ ਅਥਾਰਟੀ ਹੈ, ਇਹਦੀ ਡਿਊਟੀ ਹੈ, ਇਹ ਇੱਕ ਇੰਡੀਪੈਂਡੈਂਟ ਬੋਡੀ ਹੈ। ਇੱਕ ਇੰਡੀਪੈਂਡੈਂਟ ਬੋਡੀ, ਇੱਕ ਪਾਸੇ ਲੈਂਡ ਓਨਰ ਹੈ, ਦੂਜੇ ਪਾਸੇ ਨੈਸ਼ਨਲ ਹਾਈਵੇ ਹੈ। ਇਹਨੂੰ ਇੰਡੀਪੈਂਡੈਂਟ ਅਥਾਰਟੀ ਬਣਾਇਆ ਤਾਂ ਹੀ ਸਹੀ ਉਹਦਾ ਮੁਆਵਜ਼ਾ ਤੈਅ ਹੋਊਗਾ। ਇਹ ਕਿਹੜਾ ਲੈਂਡ ਓਨਰਸ ਦਾ ਬੰਦਾ ਹੈ। ਇਹਨਾਂ ਨੇ ਕੀ ਕਰਿਆ, ਜਿਹੜੇ ਆ ਨੈਸ਼ਨਲ ਹਾਈਵੇ ਵਾਲੇ ਨੇ, ਮੈਂ ਗਾਈਡਲਾਈਨਸ ਇਹਨਾਂ ਦੀਆਂ ਦੇਖ ਰਿਹਾ ਔਰ ਉਹ ਮਿਸਯੂਜ਼ ਕਰ ਰਹੇ ਨੇ, ਉਹਨੂੰ ਕੰਮ ਨਹੀਂ ਕਰਨ ਦੇ ਰਹੇ। ਉਹਦੇ 'ਤੇ ਇੱਕ ਗਾਈਡਲਾਈਨਸ ਬਣਾਤੀ, ਡਰਾਫਟ ਜਿਹੜਾ ਅਵਾਰਡ ਆ ਉਹ ਉਹਦੇ ਨਾਲ ਡਿਸਕਸ ਕਰੂਗਾ। ਐਕਟ ਦੇ ਵਿੱਚ ਕੋਈ ਪ੍ਰਾਵਧਾਨ ਨਹੀਂ ਹੈ ਵੀ ਹੁਣ ਤੁਸੀਂ ਇਹ ਮੰਨ ਲਓ ਵੀ ਇੱਕ ਜਿਹੜੀ ਧਿਰ ਹੈ ਉਹ ਇੰਨੀ ਕੁ ਹਾਵੀ ਹੋ ਗਈ, ਉਹਨੂੰ ਕੰਮ ਕਰਨ ਨਹੀਂ ਦੇ ਰਹੀ ਜਾਂ ਉਹਨੂੰ ਨੌਲੇਜ ਨਹੀਂ, ਉਹ ਕੰਮ ਪੂਰਾ ਨਹੀਂ ਕਰ ਰਿਹਾ। ਜੇ ਸੈਕਸ਼ਨ ਉਹਦੇ ਕੋਲ ਇੰਨੀ ਪਾਵਰ ਹੈ, ਜੇ ਉਹ ਚਾਹੇ ਜੋ ਮਰਜ਼ੀ ਕਰਦੇ, ਉਹ ਤੋਂ ਬਾਅਦ ਚੈਲੰਜ ਜਿਹਨੇ ਕਰਨਾ ਕਰਦੇ ਰਹਿਣ। ਇੰਨੇ 2-3 ਕੇਸ ਮੇਰੇ ਕੋਲ ਇੱਦਾਂ ਦੇ ਆਏ ਨੇ। ਉਹ ਜਿਹੜਾ ਇੱਕ PD ਹੈ, PD ਦਾ ਕਿਤੇ ਜ਼ਿਕਰ ਨਹੀਂ ਇਸ ਐਕਟ ਦੇ ਵਿੱਚ। ਪ੍ਰੋਜੈਕਟ ਡਾਇਰੈਕਟਰ ਹੁੰਦਾ ਨੈਸ਼ਨਲ ਹਾਈਵੇ ਦਾ, ਉਹ ਕੀ ਕਰ ਰਿਹਾ ਹੈ, ਉਹ ਇਹਨੂੰ ਲੈਟਰ ਤੇ ਲੈਟਰ ਕੱਢ ਰਿਹਾ। ਉਹਨੇ ਅਵਾਰਡ ਪਾਸ ਕਰਤਾ, ਕਾਲਾ ਨੇ ਸਹੀ ਕਰਤਾ, ਗਲਤ ਕਰਤਾ। ਜਿੱਦਣ ਤਾਂ ਉਹ ਘੱਟ ਪਾਸ ਕਰਦਾ, ਤੁਸੀਂ ਉਦਣ ਕੀ ਕਹਿੰਦੇ ਹੋ? ਲੈਟਰ ਕਿਸ ਤਰ੍ਹਾਂ ਦੀ ਕੱਢ ਰਹੇ ਹੋ? ਲੈਟਰ ਕਹਿੰਦਾ ਤੂੰ ਜ਼ਿਆਦਾ ਰੇਟ ਦੇ ਤੇ, ਫਲਾਣੇ ਨੂੰ ਗੈਰ ਮੁਮਕਿਨ ਦੇਤਾ। ਜਿਹੜੀ ਕਹਿੰਦਾ ਐਗਰੀਕਲਚਰ ਕੋਈ ਪ੍ਰਾਪਰਟੀ ਹੈ, ਉਹਨੂੰ ਤੂੰ ਗੈਰ ਮੁਮਕਿਨ, ਇੱਕ ਹੈ ਹੀ ਪਹਿਲਾਂ ਗੈਰ ਮੁਮਕਿਨ, ਕਹਿੰਦਾ ਇਹ ਗੈਰ ਮੁਮਕਿਨ, ਇਹਨੂੰ ਐਗਰੀਕਲਚਰ ਰੇਟ ਦਿਓ ਕਿਉਂਕਿ ਇਹਨਾਂ ਨੇ CLU ਨਹੀਂ ਲਿਆ ਹੋਇਆ। ਕਿਹੜਾ ਐਕਟ ਕਹਿੰਦਾ CLU ਦੀ ਲੋੜ ਹੈ? 1995 ਤੋਂ ਪਹਿਲਾਂ ਮੈਂ ਰਾਜਾ ਢਾਬਾ ਵਾਲੀ ਜੱਜਮੈਂਟ ਕਰਵਾਈ ਹੈ, ਜਿੰਨੇ ਇਹ ਢਾਬੇ ਨੇ, ਜਿਹੜੀ
1995 ਦੇ ਵਿੱਚ ਸਾਡਾ ਰੀਜਨਲ ਐਕਟ ਲੱਗਿਆ, CLU ਦਾ ਕਨਸੈਪਟ ਉੱਥੇ ਆਇਆ ਜਿੱਥੇ ਕੋਈ ਮਾਸਟਰ ਪਲਾਨ ਲਾਗੂ ਹੈ ਜਾਂ ਉੱਥੇ LPA ਹੋਇਆ ਏਰੀਆ। ਜਿੱਥੇ ਕੋਈ ਮਾਸਟਰ ਪਲਾਨ ਲਾਗੂ ਨਹੀਂ ਜਾਂ ਪਹਿਲਾਂ ਦੀਆਂ ਜਿੰਨੇ ਹੁਣ ਪਿੰਡਾਂ ਦੇ ਘਰ ਨੇ ਜਾਂ ਕੋਈ ਬਣੇ ਹੋਏ ਨੇ, ਕੰਸਟਰਕਸ਼ਨ ਬਣੀਆਂ ਹੋਈਆਂ, ਇਹ ਤਾਂ ਪੁਸ਼ਤਦਰ ਜਦੋਂ ਕੱਚੀਆਂ ਸੜਕਾਂ ਸੀ ਉਦੋਂ ਹੋਈਆਂ। ਤੁਸੀਂ ਉਹ ਤੋਂ ਬਾਅਦ ਚੌੜੀਆਂ ਕਰੀਆਂ। ਤੁਸੀਂ ਕਿਸੇ ਦੇ ਘਰ ਦੇ ਜਾ ਕੇ ਰੋਡ ਕੱਢ ਰਹੇ ਹੋ ਔਰ ਉਹਨੂੰ ਕਹੋ ਵੀ ਇਹ ਗੈਰ ਮੁਮਕਿਨ, ਇਸ ਕਰਕੇ ਅਸੀਂ ਇਹਨੂੰ ਐਗਰੀਕਲਚਰ ਰੇਟ ਦੇਣਾ ਹੈ ਕਿ ਇਹਦਾ ਕੋਲ CLU ਨਹੀਂ ਹੈ। ਠੀਕ ਹੈ। ਜਿਹੜੀ ਜੱਜਮੈਂਟ 'ਚ ਇੱਕ 'ਚ ਕਿਹਾ ਹੋਇਆ ਉਹਦਾ ਇੱਕ ਪਾਰਟ ਚੱਕ ਲਿਆ। 1000 ਜੱਜਮੈਂਟਾਂ ਲੈਂਡ ਓਨਰਸ ਦੇ ਫੇਵਰ 'ਚ, ਉਹਨਾਂ ਨੂੰ ਇਗਨੋਰ ਕਰੀ ਜਾ ਰਹੇ ਨੇ। ਜਿੱਥੋਂ ਮੈਂ ਕਾਨੂੰਨ ਦੀ ਸਿੱਧੇ ਤੌਰ ਤੇ ਕਹਿ ਦਈਏ ਅਸੀਂ ਗਲਤ ਵਰਤੋਂ ਕੀਤੀ ਜਾ ਰਹੀ ਹੈ। ਸਰ ਇਹ 2-3 ਤੇ ਇੱਦਾਂ ਦੇ ਇਸ਼ੂ ਹੋਏ ਕਿ ਵੀ ਉਹਦਾ ਕਬਜ਼ਾ ਲੈਣ ਵੀ ਪਹੁੰਚ ਗਏ ਬੰਦੇ ਦਾ। ਠੀਕ ਹੈ। ਉਹਨੂੰ ਇੱਕ ਪਾਸੇ ਤਾਂ ਕਹਿ ਰਹੇ ਆ ਵੀ ਇਹਨੂੰ ਮੁਆਵਜ਼ਾ ਗਲਤ ਹੋਇਆ, ਪੈਸੇ ਪੇ ਤਾਂ ਕੀ ਕਰਨੇ ਸੀ, ਆਫਰ ਕੀ ਕਰਨੇ ਸੀ, ਨੋਟਿਸ ਕੀ ਕਰਨਾ ਸੀ, ਉਹ ਪਰਚਾ ਦਰਜ ਕਰਾਉਣ ਵਾਸਤੇ ਇਮੀਡੀਏਟਲੀ ਅਪਰੋਚ ਕੀਤਾ ਤੇ ਉਹ ਤੋਂ ਬਾਅਦ ਹੁਣ ਉਹਦੇ ਮਗਰ ਘੁੰਮ ਰਹੇ ਨੇ ਵੀ ਸਾਨੂੰ ਪਤਾ ਨਹੀਂ ਲੱਗਿਆ ਡਾਈਮੈਂਸ਼ਨ। ਇਹ ਹੋ ਸਕਦਾ ਕਿਸੇ ਦੀ, ਤੁਸੀਂ ਘਰ ਦੇ ਵਿੱਚ ਸਰਵੇ ਵਾਸਤੇ ਜਾ ਸਕਦੇ ਹੋ, ਜਿੰਨੀ ਦੇਰ ਤੱਕ ਇਹ ਐਕਟਸ ਦੀਆਂ ਪ੍ਰੋਵੀਜ਼ਨਸ ਨੂੰ ਤੁਸੀਂ ਨਹੀਂ ਫੋਲੋ ਕਰੋਗੇ, ਮੁਆਵਜ਼ਾ ਕੰਪਨਸੇਸ਼ਨ ਜਿੱਦਾਂ ਕਹਿੰਦਾ ਉੱਦਾਂ ਤੁਸੀਂ ਕਿੱਦਾਂ ਕਬਜ਼ਾ ਲੈ ਲਓਗੇ। ਇਹ ਤਾਂ ਸੁਪਰੀਮ ਕੋਰਟ ਕਹਿੰਦੀ ਆਫਰ ਹੈ ਜਿਹੜੀ ਤੁਸੀਂ ਅਮਾਊਂਟ ਦਿੱਤੀ ਹੈ, ਜਿਹਨੇ ਪੈਸੇ ਲੈ ਲਏ ਚਲੋ ਉਹ ਵੱਖਰੀ ਗੱਲ ਹੈ, ਉਹਦਾ ਆਸਪੈਕਟ ਉਹਨੂੰ ਵੀ ਤੁਸੀਂ 60 ਦਿਨਾਂ ਦਾ ਜਿਹੜਾ ਮੈਂ ਤੁਹਾਨੂੰ ਇਹ ਦਿਖਾ ਰਿਹਾ ਇਹਦੇ ਵਿੱਚ ਉਹ ਕਹਿੰਦਾ ਜਿਹਨੂੰ ਘਰ ਦੇ ਵੱਟੇ ਘਰ ਦੇਣਾ, ਸਟਰਕਚਰ ਦੇਣੀ ਆ ਜਾਂ ਪੈਸੇ ਦੇਣੇ ਆ, ਉਹਨੂੰ 3 ਮਹੀਨੇ ਪਹਿਲਾਂ ਤੁਸੀਂ ਇੰਸ਼ੋਰ ਕਰਨਾ। 1 ਮਹੀਨਾ ਤੇ 3 ਮਹੀਨਾ, 2 ਵਰਡ ਯੂਜ਼ ਕਰ ਰਿਹਾ। ਜਿੱਥੇ ਆਹ ਸਟੇਟਾਂ ਦੇ ਤੁਹਾਨੂੰ ਮੈਂ ਸਟਾਰਟਿੰਗ ਦੇ ਵਿੱਚ ਦਿਖਾਇਆ, ਉਹ ਲੋਕ ਕੋਈ ਸਪੈਸ਼ਲ ਹੈ ਜਿਹੜੇ ਪੰਜਾਬ ਦੇ ਵਿੱਚ ਐਕੁਜੀਸ਼ਨ ਹੋ ਰਹੀ ਹੈ, ਜਿਹੜੇ ਮੈਂ ਚੈਲੰਜ ਆਲਮੋਸਟ ਸਾਰੇ ਹੀ ਕੈਂਟ ਪਿੰਡ ਹੈ, ਉਹ ਅਲੱਗ-ਅਲੱਗ ਤੋਂ ਇਹ ਬਾਕੀ ਇੱਥੋਂ ਹਲੇ ਹੁਣ ਵੀ ਚੱਲ ਰਹੇ ਆ ਜਿਹੜੇ ਖੰਡ ਮਾਨਪੁਰ ਵਾਲੇ ਪਿੰਡ ਨੇ ਜਾਂ ਉਸ ਤੋਂ ਅੱਗੇ ਵਾਲਾ ਸਟਰੈਚ ਹੈ ਲੁਧਿਆਣੇ ਵਾਲਾ, ਗੁਰਦਾਸਪੁਰ ਵਾਲਾ, ਕਿੰਨੇ ਸਟਰੈਚਾਂ ਦੇ ਵਿੱਚ ਇੰਨੀ ਇਲੀਗੈਲਿਟੀ ਹੋ ਰਹੀ ਹੈ, ਸਰੇਆਮ ਧੱਕਾ ਕੀਤਾ ਜਾ ਰਿਹਾ। ਇੱਕ ਨਲ ਵਾਸਤੇ 3 ਲੱਖ ਰੁਪਏ ਤੋਂ ਉੱਪਰ ਦੀ ਕੰਪਨਸੇਸ਼ਨ ਹੈ ਜਿਹੜੀ ਦਿੱਤੀ ਜਾ ਰਹੀ ਹੈ ਇੱਕ ਨਲਕੇ ਵਾਸਤੇ। ਔਰ ਇੱਥੇ ਦੇਖੋ ਤੁਸੀਂ ਟਿਊਬਵੈਲ ਆ ਰਹੇ ਨੇ, ਲੱਖਾਂ ਦਾ ਜਿਹੜਾ ਇਨਫਰਾਸਟ੍ਰਕਚਰ ਹੈ, ਅੰਡਰਗਰਾਉਂਡ ਵਾਟਰ ਪਾਈਪਲਾਈਨ ਹੈ, ਉਹ ਸਾਰਾ ਵਿੱਚ ਹੀ ਪਾ ਦਿੱਤਾ ਗਿਆ। ਉਹਦੀ ਕੋਈ ਅਸੈਸਮੈਂਟ ਨਹੀਂ ਔਰ ਉਹਦੀ ਕੋਈ ਵੈਲਿਊਏਸ਼ਨ ਨਹੀਂ ਕੀਤੀ ਗਈ। ਕਿਉਂ ਹੋ ਰਿਹਾ? ਮੈਂ ਇੱਥੇ ਇਹੀ ਪੁੱਛਣਾ ਚਾਹੁੰਦਾ, ਜੇ ਕਾਨੂੰਨ ਦੀ ਦੁਰਵਰਤੋਂ ਹੋ ਰਹੀ ਹੈ ਜਿਸ ਤਰੀਕੇ ਨਾਲ ਚਰਨਪਾਲ ਜੀ ਨੇ ਕਿਹਾ ਵੀ ਇੱਕ ਮੱਦ ਤਾਂ ਪੜ੍ਹ ਲਈ, ਕਾਨੂੰਨ ਦੇ ਫੈਸਲੇ ਦੀ ਇੱਕ ਮੱਦ ਪੜ੍ਹ ਲਈ, 10 ਮੱਦਾਂ ਹੋਰ ਵੀ ਨੇ, ਉਹਨਾਂ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ? ਇੱਥੇ ਕਿਤੇ ਨਾ ਕਿਸੇ ਤਰੀਕੇ ਨਾਲ ਪੈਸਿਆਂ ਦਾ ਗਬਨ ਕਰਨ ਦੀ ਕੋਸ਼ਿਸ਼ ਹੋ ਰਹੀ, ਸਿੱਧੇ ਤੌਰ ਤੇ ਅਸੀਂ ਕਹਿ ਦਈਏ ਸਰਕਾਰ ਵੱਲੋਂ ਜੋ ਚੀਜ਼ਾਂ ਆ ਰਹੀਆਂ ਨੇ। ਇਹ ਤਾਂ ਸਰ ਦੇਖੋ ਹੈ ਹੀ, ਇਹ ਤਾਂ ਐਪਰੈਂਟ ਹੀ ਹੈ ਕਿ ਇੰਨੇ ਇਸ ਲੈਵਲ ਦਾ ਪ੍ਰੋਜੈਕਟ ਦਾ ਜਿਹੜਾ ਬਜਟ ਹੈ, ਜੇ ਆਪਾਂ ਦੇਖਿਆ ਜਾਵੇ ਇਟਸ ਕੁਆਇਟ ਹਿਊਜ ਬਜਟ, ਤੇ ਉਸ ਲੈਵਲ ਦਾ ਗਰਾਊਂਡ ਲੈਵਲ ਤੇ ਜਿਹੜੇ ਆਫੀਸਰਸ ਨੇ ਉਹ ਡਿਸਬਰਸਮੈਂਟ ਉਸ ਲੈਵਲ ਦੀ ਡਿਟਰਮੀਨੇਸ਼ਨ ਆਫ ਕੰਪਨਸੇਸ਼ਨ ਹੈ ਜਿਹੜੀ ਬਿਲਕੁਲ ਨਹੀਂ ਹੋ ਰਹੀ। ਇੱਕ ਮੈਂ ਸੁਜੈਸ਼ਨ ਲੈਂਡ ਓਨਰਸ ਨੂੰ ਵੀ, ਫਾਰਮਰਸ ਨੂੰ ਵੀ ਦਊਂਗੀ ਕਿ ਉਹ ਆਪਣੇ ਹੱਕਾਂ ਲਈ ਥੋੜਾ ਜਾਗਰੂਕ ਹੋਣ, ਇਸ ਦੀ ਨੌਲੇਜ ਲੈਣ, ਕਿਸੇ ਐਡਵੋਕੇਟਸ ਤੋਂ ਲੈਣ, ਕੰਸਲਟ ਕਰਨ। ਐਦਾਂ ਨਹੀਂ ਹੈ ਕਿ ਵੀ ਜੇ ਹੱਕ ਦੇਖੋ ਮੰਗਣੇ ਪੈਂਦੇ ਨੇ, ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਖਾਸ ਕਰਕੇ ਤੁਹਾਨੂੰ ਆਪਣੇ ਹੱਕ ਨੇ ਜਿਹੜੇ ਉਹ ਮੰਗਣੇ ਪੈਂਦੇ ਨੇ, ਫਿਰ ਮਿਲਦੇ ਨੇ। ਐਦਾਂ ਤੁਹਾਨੂੰ ਬੈਠੇ ਬਿਠਾਏ ਕਿਸੇ ਨੇ ਹੱਕ ਨਹੀਂ ਦੇਣੇ। ਔਰ ਜਿੱਥੇ ਐਡੇ ਮਾਸ ਲੈਵਲ ਤੇ ਐਡੇ ਹਿਊਜ ਲੈਵਲ ਦੇ ਉੱਪਰ ਐਕੁਜ਼ੀਸ਼ਨਸ ਹੋ ਰਹੀਆਂ ਨੇ ਤੇ ਤੁਸੀਂ ਬਿਲਕੁਲ ਚੁੱਪਚਾਪ ਬੈਠੇ ਹੋਏ ਹੋ, ਜਦ ਕਿ ਕੋਰਟਸ ਨੇ ਤੁਹਾਡੇ ਫੇਵਰ ਦੇ ਵਿੱਚ ਇੰਨਾ ਕੁਝ ਲਿਖਿਆ। ਜਿੱਦਾਂ ਸਰ ਗੱਲ ਕਰ ਰਹੇ ਸੀ ਕਿ ਗੈਰ ਮੁਮਕਿਨ ਲੈਂਡ ਜਿਹੜੀ ਐਪਰੈਂਟਲੀ ਲੈਂਡ ਦੇ ਉੱਪਰ ਸਟਰਕਚਰਸ ਖੜੇ ਨੇ ਤੇ ਪ੍ਰੋਜੈਕਟ ਡਾਇਰੈਕਟਰ ਕਹਿ ਰਿਹਾ ਹੈ ਕੰਪੀਟੈਂਟ ਅਥਾਰਟੀ ਨੂੰ ਕਿ ਤੂੰ ਕੰਪਨਸੇਸ਼ਨ ਰਿਡਿਊਸ ਕਰ, ਕਿਉਂਕਿ ਇਸ ਲੈਂਡ ਇਹਨੂੰ ਐਗਰੀਕਲਚਰਲ ਰੇਟਸ ਦੇ, ਕਿਉਂਕਿ ਇਹਦਾ CLU ਨਹੀਂ ਹੋਇਆ। ਕੋਰਟਸ ਨੇ ਇੱਥੋਂ ਤੱਕ ਵੀ ਕਿਹਾ ਕਿ ਜੇ ਲੈਂਡ ਨੈਚੁਰਲ ਹੈ ਨਾ, ਪਰ ਉਹਦੀ ਪ੍ਰੈਜ਼ੈਂਟ ਯੂਜ਼ ਹੈ ਜਿਹੜੀ ਉਹ ਕਿਸੇ ਹੋਰ ਪਰਪਸ ਲਈ ਹੋਈ ਹੈ, ਕਮਰਸ਼ੀਅਲ ਪੋਟੈਂਸ਼ੀਅਲ ਹੈ ਉਹਦਾ, ਤਾਂ ਉਹਨੂੰ ਕਮਰਸ਼ੀਅਲ ਰੇਟਸ ਮਿਲਣਗੇ ਸਰ, ਗੈਰ ਮੁਮਕਿਨ ਰੇਟ ਵੀ ਮਿਲਣਗੇ। ਮੈਂ ਇੱਕ ਸਵਾਲ ਆ ਗਿਆ ਕਿ ਢਾਣੀਆਂ ਨੇ ਪਿੰਡਾਂ 'ਚ, ਢਾਣੀਆਂ ਹੁੰਦੀਆਂ ਨੇ, ਹੁਣ ਉਹ ਖੇਤ ਦੇ ਵਿੱਚ ਬਣੀ ਹੁੰਦੀ ਆ, ਫਾਰਮ ਹਾਊਸ ਅਸੀਂ ਕਹਿ ਦਈਏ, ਉਹ ਖੇਤ ਦੇ ਵਿੱਚ ਬਣੇ ਹੁੰਦੇ ਆ। ਇਟ ਮੀਨਸ ਜਿਹੜੀ ਟੂਟੀ ਜਾਂ ਜਿਹੜੀ ਇੱਕ ਇੱਟ ਵੀ ਉਹ 'ਚ ਲੱਗੀ ਹੋਈ ਹੈ ਉਹਦਾ ਪੈਸਾ ਦੇਣਾ ਬਣਦਾ, ਪਰ ਉਹਨੂੰ ਹਜੇ ਤੱਕ ਗਿਣਿਆ ਕੀ ਜਾਂਦਾ ਹੈ ਕਿ ਇੱਥੇ ਵੀ ਝੋਨਾ ਹੀ ਲੱਗਿਆ, ਇੱਥੇ ਵੀ ਕਣਕ ਲੱਗੀ ਹੋਈ ਹੈ। ਨਹੀਂ, ਇਹ ਤਾਂ ਮੈਂ ਇੱਕ ਅਵਾਰਡ ਪੜ੍ਹ ਰਿਹਾ, ਮੈਂ ਹੈਰਾਨ ਹੋ ਰਿਹਾ ਵੀ ਹੋ ਕੀ ਰਿਹਾ ਇਹ ਮਤਲਬ ਤੁਸੀਂ ਝੋਨੇ ਦੀ ਗੱਲ ਕਰ ਰਹੇ ਹੋ, ਇਹ ਲਿਖ ਰਹੇ ਆ ਵੀ ਉਹ ਸਟਰਕਚਰ ਇਲੀਗਲ ਹੈ। ਮੈਂ ਇਹ ਪੁੱਛਣਾ ਚਾਹੁੰਦਾ ਹਾਂ, ਮੈਂ ਜਿੰਨੇ ਮੇਰੇ ਕੇਸ ਨੇ ਉਹ ਸਾਰਿਆਂ ਦੇ ਵਿੱਚ ਨੋਟਿਸ ਹੋਇਆ ਹੋਇਆ, ਕੋਰਟ ਕਦੇ ਕਿਸੇ ਨੂੰ ਮੈਂ ਇੱਕ ਗੱਲ ਹੋਰ ਕਲੀਅਰ ਕਰ ਦਿੰਦਾ, ਜਿੰਨੇ ਇਹ ਗਲਤ ਕਰਨ ਵਾਲੇ ਨੇ ਉਹਨਾਂ ਵਾਸਤੇ ਇਸ ਐਕਟ ਦੇ ਵਿੱਚ ਪ੍ਰਾਵਧਾਨ ਅਲੱਗ ਤੋਂ ਦੇਤਾ ਉਹਨਾਂ ਨੇ।
ਇਹ ਮੈਂ ਤੁਹਾਨੂੰ ਤੁਹਾਡੇ ਉਹਦੇ ਚ ਦਿਖਾਉਣਾ ਸੈਕਸ਼ਨ 85 ਤੋਂ ਉਸ ਢਾਣੀ ਨੂੰ ਗਲਤ ਮੰਨਿਆ ਜਾ ਰਿਹਾ, ਗੈਰ ਕਾਨੂੰਨੀ ਮੰਨਿਆ ਜਾ ਰਿਹਾ। ਯਾਨੀ ਕਿ ਅਸੀਂ ਇਹ ਕਹਿ ਦਈਏ ਕਾਨੂੰਨ, ਮੇਰਾ ਇੱਕ ਸਵਾਲ ਹੈ, ਕਾਨੂੰਨ ਦੀ ਉਸ ਮੱਦ ਦੇ ਵਿੱਚ ਜਿੱਥੇ ਉਸ ਫੈਸਲੇ ਨਾਲ, ਜਿੱਥੇ ਉਸ ਚੀਜ਼ ਨਾਲ ਬਿਆਨ ਦਿੱਤਾ ਜਾ ਰਿਹਾ ਕਿ ਮਾਲਕ ਆਪਦੀ ਜ਼ਮੀਨ ਦਾ ਮਾਲਕ ਨਹੀਂ ਹੈਗਾ, ਚਾਹੇ ਉਹ ਜੋ ਮਰਜ਼ੀ ਕਰਨਾ ਚਾਹੁੰਦਾ ਹੋਵੇ ਉਹ ਨਹੀਂ ਕਰ ਸਕਦਾ, ਗੈਰ ਕਾਨੂੰਨੀ ਹੈ। ਨਹੀਂ, ਉਹ ਇਹ ਕਹਿੰਦੇ ਆਰਡਰ ਦੇ ਵਿੱਚ ਲਿਖ ਰਿਹਾ ਹੈ, ਜਿਹੜਾ ਮਤਲਬ ਮੈਕਸਿਮਮ ਜਿਹੜਾ ਮੈਂ ਪੜ੍ਹ ਰਿਹਾ ਕੰਪੀਟੈਂਟ ਅਥਾਰਟੀ ਅਬਜ਼ਰਵਿੰਗ ਨਵਾਂ ਇੱਕ ਬਣਾਇਆ ਹੋਇਆ, ਮੈਨੂੰ ਇਹ ਲੱਗ ਰਿਹਾ ਉਹ 3-4 ਸੇਮ ਹੈ ਲਾਈਨ ਵੀ ਇਹ ਨੈਸ਼ਨਲ ਹਾਈਵੇ ਵਾਲੇ ਉਹਨੂੰ ਲਿਖ ਕੇ ਦੇ ਦਿੰਦੇ ਆ, ਉਹ ਸਾਈਨ ਕਰਕੇ ਅੱਗੇ ਦੇ ਦਿੰਦੇ। ਕੀ ਲਿਖ ਰਿਹਾ ਹੈ, ਕਹਿੰਦਾ ਆਲਦੋ ਦੇਅਰ ਆਰ ਦੀ ਸਟਰਕਚਰ ਸਿਚੁਏਟਡ ਔਨ ਦੀ ਪ੍ਰੋਪਰਟੀ ਬਟ ਦੀ ਪ੍ਰੋਪਰਟੀ ਹੈਵ ਦੀ ਐਗਰੀਕਲਚਰ ਪੋਟੈਂਸ਼ੀਅਲ ਇਨ ਦੀ ਪ੍ਰੈਜ਼ੈਂਟ ਫਾਰਮ। ਉਹ ਭਾਈ ਜਿਹੜਾ ਚੰਡੀਗੜ੍ਹ ਸੀ ਉਹ ਕਿਸੇ ਟਾਈਮ ਪਿੰਡਾਂ ਦੀ ਜ਼ਮੀਨ ਸੀ, ਉੱਥੇ ਐਗਰੀਕਲਚਰ ਸੀ ਪਹਿਲਾਂ, ਉੱਥੇ ਸੈਕਟਰ ਬਣ ਗਏ। ਉੱਥੇ ਜੇ ਤੂੰ ਕੰਪਨਸੇਸ਼ਨ ਦੇਣ ਜਾਣਾ ਜਾਂ ਕਿਸੇ ਨੂੰ, ਉੱਥੇ ਇਹ ਲਿਖ ਦੇਵੋਗੇ ਵੀ ਇਹ ਪਹਿਲਾਂ ਐਗਰੀਕਲਚਰ ਪੋਟੈਂਸ਼ੀਅਲ ਹੈ ਇਹਦਾ, ਇਸ ਕਰਕੇ ਇਹਨੂੰ ਐਗਰੀਕਲਚਰ ਰੇਟ ਦੇ ਦਿਓ। ਮੈਂ ਇਹ ਹਾਈਲਾਈਟ ਕਰਿਆ ਹੋਇਆ ਸਾਰੀਆਂ ਪਟੀਸ਼ਨਾਂ 'ਚ, ਬੇਸ਼ੱਕ 'ਚ ਮੈਂ ਤੁਹਾਨੂੰ ਜੇ ਚੰਡੀਗੜ੍ਹ ਢਾਉਣਾ ਪੈ ਗਿਆ ਤਾਂ ਉੱਥੇ ਤੁਹਾਨੂੰ ਖੇਤੀਬਾੜੀ ਲਈ ਜ਼ਮੀਨ ਦੇ ਰੇਟ ਮਿਲਣੇ ਆ, ਨਾ ਕਿ ਵੱਡੇ ਵੱਡੇ ਮੌਲਾਂ ਦੇ ਰੇਟ ਮਿਲਣੇ ਆ। ਇਹ ਸਾਰੇ ਜਿਹੜੇ ਕੁਐਸਚਨ ਨੇ ਪ੍ਰਮਾਤਮਾ ਕਿਰਪਾ ਰੱਖੇ, ਮੈਨੂੰ ਪੂਰਾ ਵਿਸ਼ਵਾਸ ਹੈ ਆਪਣੇ ਦਿਲ ਦਿਮਾਗ ਤੇ, ਇਹ ਆਨਸਰ ਇਹ ਕੱਢ ਕੇ ਨਿਚੋੜ ਦੇਣਾ ਹੀ ਦੇਣਾ। ਮੈਂ ਇਹ ਗੱਲ ਮਤਲਬ ਮੇਰੇ ਜ਼ਿਹਨ 'ਚ ਹੈ, ਚਾਹੇ ਜਿੱਡਾ ਮਰਜ਼ੀ ਪ੍ਰੈਸ਼ਰ ਬਿਲਟ ਕਰਕੇ ਰੱਖਣ, ਜਿੰਨੇ ਪਟੀਸ਼ਨ ਨੇ ਇਹ ਹੱਕ ਤੇ ਸੱਚ ਲਈ ਲੜ ਰਹੇ ਆ ਔਰ ਇਹਦਾ ਹੱਲ ਨਿਕਲੂਗਾ ਹੀ ਨਿਕਲੂਗਾ। ਇਹ ਜਿਹੜਾ ਮੈਂ ਤੁਹਾਨੂੰ ਜਿੰਨੀਆਂ ਗੱਲਾਂ ਕਰ ਰਿਹਾ ਇਹ ਮੈਂ ਸਾਰੀਆਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਰ ਰਿਹਾ। ਉਸ ਤੋਂ ਬਾਅਦ ਲੈਂਡ ਓਨਰ ਨੂੰ ਕੀ ਕਹਿੰਦੇ ਨੇ, ਇਹ ਆਰਬੀਟਰੇਟਰ ਕੋਲ ਚਲ ਜਾਓ। ਆਰਬੀਟਰੇਟਰ ਕੋਲ ਆਰਬੀਟਰੇਟਰ ਕੋਲ ਕੀ ਕਰ, ਆਰਬੀਟਰੇਟਰ ਕੌਣ ਹੁੰਦਾ? ਆਰਬੀਟਰੇਟਰ ਇੱਕ ਉਹ ਬੰਦਾ ਹੁੰਦਾ ਜਿਹੜਾ ਦੋਹੇ ਧਿਰਾਂ ਨੇ ਸਾਂਝੇ ਤੌਰ ਤੇ, ਆਪਣਾ ਦੋਨਾਂ ਦਾ ਕੰਟਰੈਕਟ ਹੋ ਗਿਆ, ਆਪਾਂ ਨੇ ਕਿਹਾ ਯਾਰ ਜੇ ਆਪਣਾ ਕੰਟਰੈਕਟ ਆ, ਜੇ ਆਪਣੇ ਦੋਨਾਂ 'ਚ ਕੋਈ ਝਗੜਾ ਹੋਊਗਾ, ਆਪਾਂ ਫਲਾਣੇ ਬੰਦੇ ਨੂੰ ਜੱਜ ਮੰਨ ਲਿਆ, ਇਹਦੇ ਕੋਲ ਜਾਵਾਂਗੇ ਆਪਾਂ ਸੌਟ ਆਊਟ ਕਰਨ ਲਈ। ਉਹ ਨੈਸ਼ਨਲ ਹਾਈਵੇ ਦੇ ਵਿੱਚ ਲੈਂਡ ਓਨਰ ਦੀ ਲੈਂਡ ਖੋਲੀ, ਉਹ ਤੋਂ ਬਾਅਦ ਇੱਕ ਬੰਦਾ ਇਹਨਾਂ ਨੇ ਆਪਣਾ ਹੀ ਲਾਤਾ ਆਰਬੀਟਰੇਟਰ, ਉਹਨੂੰ ਪੇ ਕੌਣ ਕਰਦਾ ਹੈ? ਨੈਸ਼ਨਲ ਹਾਈਵੇ। ਧਿਰ ਕੌਣ ਆ ਉੱਥੇ ਲੜਨ ਵਾਲੀ? ਇੱਕ ਪਾਸੇ ਲੈਂਡ ਓਨਰ, ਦੂਜੇ ਪਾਸੇ ਨੈਸ਼ਨਲ ਹਾਈਵੇ। ਜਿਹੜੇ ਦਾ ਉਹ ਬੰਦਾ ਖਾਂਦਾ ਹੈ ਉਹਦੇ ਅਗੇਂਸਟ ਕਿਵੇਂ ਚੱਲ ਜੂ? ਕਿੰਨਾ ਵਧਾ ਦੂਗਾ ਉਹ? ਪਹਿਲਾਂ ਤਾਂ 3H5, ਕਿਉਂਕਿ ਹਕੀਮ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਕਾਫੀ ਕੁਝ ਲਿਖਿਆ ਵੀ ਇਹ ਐਕਟ ਟੁੱਟਣੇ ਵਾਲਾ ਬਣਦਾ। ਇਹ ਐਕਟ ਦੇ ਵਿੱਚ ਉਹ ਕਹਿੰਦੇ ਸਾਡੇ ਕੋਲ ਚੈਲੰਜ ਨਹੀਂ ਸੀ, ਜੱਜਾਂ ਨੇ ਆਬਜ਼ਰਵੇਸ਼ਨ ਕਰੀ ਹੈ ਵੀ ਇਹ ਅੰਡਰ ਚੈਲੰਜ ਨਹੀਂ ਸੀ। ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਬਿਜ਼ੀ ਮੈਂ ਬਹੁਤ ਜ਼ਿਆਦਾ, ਮੈਂ ਸੋਚਦਾ ਵੀ ਇਹਦਾ ਮੈਂ ਕੋਈ ਨਾ ਕੋਈ ਹੱਲ ਇਹਦਾ ਕਰਕੇ ਹੀ ਰਹਿਣਾ, ਕਿਉਂਕਿ ਇਹਦਾ ਧੱਕਾ ਹੋ ਰਿਹਾ ਲੈਂਡ ਓਨਰਸ ਦੇ ਨਾਲ, ਸਾਰਾ ਹੀ ਸ਼ਰੇਆਮ ਇਹ ਧੱਕਾ ਹੈ। ਯੂਨਿਟੀ ਹੋਣੀ ਚਾਹੀਦੀ ਹੈ। ਮੈਂ ਇਹ ਗੱਲ ਕਰਦਾ, ਤੁਸੀਂ ਇਹ ਨਾ ਦੇਖੋ ਸਾਨੂੰ ਕਰੋੜ ਮਿਲ ਗਿਆ, 1.25 ਕਰੋੜ ਮਿਲ ਗਿਆ, ਤੁਸੀਂ ਉਹ ਜਿਹੜਾ 1.25 ਕਰੋੜ ਆ, ਸਪੋਜ਼ 25 ਲੱਖ ਰੁਪਈਆ ਤੁਹਾਡੀ ਕੀਮਤ ਮੰਨ ਲਈ, ਬਹੁਤ ਘੱਟ ਪਿੰਡਾਂ 'ਚ ਮੰਨੀ ਹੈ, ਕਿਸੇ 'ਚ 18 ਜਾਂ 8 ਲੈ ਗਏ, ਇਹ ਕਲੈਕਟਰ ਰੇਟ ਤਾਂ ਇਹ ਲੈ ਹੀ ਨਹੀਂ ਸਕਦਾ, ਕਿਉਂਕਿ ਸੁਪਰੀਮ ਕੋਰਟ ਕਹਿੰਦੀ ਤਾਂ ਲੋਅਰ ਰੇਟ ਹੈ। ਯਾਰ ਤੁਸੀਂ ਸਮਝੋ ਮੇਰੀ ਗੱਲ ਨੂੰ ਨਾ, ਜੇ ਇਲੀਗੈਲਿਟੀ ਹੈ ਤਾਂ ਉਹਦਾ ਹੱਲ ਲੱਭਾਂਗੇ। ਜੇ ਹੁਣ ਸਪੋਜ਼ ਕਰ ਲਓ 25 ਲੱਖ ਰੁਪਈਆ ਇਹਨਾਂ ਨੇ ਮੰਨ ਲਿਆ, ਤੁਹਾਡੀ ਕੀਮਤ ਕਿੰਨੀ ਮੰਨੀ ਹੈ ਤੁਸੀਂ, ਉਹ ਰੇਟ ਹੈ। ਬਾਕੀ ਜਿਹੜਾ ਉੱਪਰ ਵਾਲਾ 100% ਸਲੇਸ਼ੀਅਮ ਜਾਂ ਤੁਹਾਨੂੰ ਮਲਟੀਪਲਾਇਰ ਫੈਕਟਰ ਹੈ ਜਾਂ 12% ਹੈ, ਉਹ ਤਾਂ ਥੋਤੋਂ ਖੋਣ ਦੀ ਇੱਕ ਥੋਤੋਂ ਧੱਕੇ ਨਾਲ ਖੋਈ ਹੈ ਨਾ। ਤੁਸੀਂ ਇੱਕ ਤਾਂ ਜ਼ਮੀਨ ਆਪ ਵੇਚਦੇ ਹੋ, ਇੱਕ ਥੋਤੋਂ ਧੱਕੇ ਨਾਲ ਖੋਹ ਲਈ, ਉਹ ਜਿਹੜੇ ਉੱਪਰ ਵਾਲੇ ਪੈਸੇ ਮਿਲਦੇ ਉਹ ਤਾਂ ਥੋਤੋਂ ਧੱਕੇ ਨਾਲ ਖੋਣ ਦੇ ਮਿਲ ਰਹੇ ਆ। ਸਮਝੋ ਇਹ ਗੱਲ ਨੂੰ, ਇਹ ਨਾ ਸਮਝੋ ਕਰੋੜ ਮਿਲ ਗਿਆ ਬਹੁਤ ਮਿਲ ਗਿਆ, ਨਾਟ ਐਟ ਆਲ। ਤੁਸੀਂ ਇਹ ਦੇਖੋ ਤੁਹਾਡੀ ਕੀਮਤ ਕਿੰਨੀ ਤੈਅ ਹੋਈ ਹੈ, ਉਹ ਕਿੰਨੀ ਤੈਅ ਹੋਣੀ ਚਾਹੀਦੀ ਹੈ। ਜਿੰਨਾ ਕੋਈ ਤੀਆ ਬੰਦਾ ਆ ਕੇ, ਜਿਹੜਾ ਕੋਈ ਪ੍ਰਾਪਰਟੀ ਡੀਲਰ ਹੈ ਜਾਂ ਕੋਈ ਹੋਰ ਤੀਜਾ ਬੰਦਾ ਖਰੀਦਦਾ ਕਰੋੜ ਰੁਪਏ ਦੀ, ਤਾਂ ਉਹਦਾ 4 ਗੁਣਾ ਕਰ ਲਓ, ਮਿਨੀਮਮ ਉਨਾ ਮਿਲਣਾ ਚਾਹੀਦਾ ਤੁਹਾਨੂੰ। ਔਰ ਕਮਰਸ਼ੀਅਲ ਕਿੰਨੇ ਵਰਕ ਕਰਦਾ ਬੰਦਾ ਜ਼ਮੀਨ ਨਾਲ। ਇਨ 1978 ਸੁਪਰੀਮ ਕੋਰਟ ਜਸਟਿਸ ਅਈਅਰ, ਉਹਨਾਂ ਦੀ ਸੋਚ ਦੇਖੋ, ਉਹ ਜੱਜਾਂ ਦੀ, ਉਹਨਾਂ ਨੇ ਐਕੁਜੀਸ਼ਨ ਤੋੜੀ ਤੇ ਨਾਲ ਲਿਖਿਆ ਇਨ ਦੀ ਸਟੇਟ ਆਫ ਪੰਜਾਬ, ਜਿਹੜੇ ਪੰਜਾਬੀ ਲੋਕ ਨੇ ਉਹ ਮਾਂ ਦੇ ਸਮਾਨ ਮੰਨਦੇ ਆ ਆਪਣੀ ਜ਼ਮੀਨ ਨੂੰ, ਇਹਦੇ ਪਿੱਛੇ ਮਰਡਰ ਹੋ ਜਾਂਦੇ ਨੇ। ਉਹਨਾਂ ਨੇ ਐਕੁਜੀਸ਼ਨ ਰੱਦ ਕੀਤੀ ਹੈ। ਔਰ ਇੱਕ ਹੋਰ ਗੱਲ ਕਲੀਅਰ ਕਰਦਾ, ਮੈਂ ਹੁਣ ਰੀਡ ਆਊਟ ਕਰ ਰਿਹਾ ਸੀ, ਮੈਮ ਇਜ਼ ਵਰਕਿੰਗ ਵੈਰੀ ਹਾਰਡ, ਕੋ ਸਾਰੀਆਂ ਜਜਮੈਂਟਸ ਇਹਦੇ ਵਿੱਚ ਕਮ ਸੇ ਕਮ 700-800 ਜਜਮੈਂਟਸ ਵੀ ਹੈਵ ਗੋਨ ਥਰੂ, ਤਦ ਜਾ ਕੇ ਇੰਨਾ ਮਟੀਰੀਅਲ ਮਿਲਿਆ। ਔਰ ਜਿਹੜੀ ਇਹ ਪ੍ਰੋਪੋਜੀਸ਼ਨ ਹੈ, ਜਿਹੜੀ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ, ਕਾਨੂੰਨ ਦੇ ਬੇਸ 'ਤੇ ਕਰ ਰਿਹਾ, ਉਹ ਜਿਹੜੀ ਐਕੁਜੀਸ਼ਨ ਦੇ ਵਿੱਚ ਭਾਵੇਂ ਕਿਸੇ ਨੇ ਕੁਝ ਪੈਸੇ ਚੱਕੇ, ਨਹੀਂ ਪੈਸੇ ਚੱਕੇ, ਆਫਰ ਐਕਸੈਪਟ ਨਹੀਂ ਕੀਤੀ, ਜਿਹੜਾ ਪ੍ਰੋਸੀਜਰ ਆਪਟ ਕਰਨਾ ਬਣਦਾ ਸੀ, ਜੇ ਉਹ ਆਪਟ ਨਹੀਂ ਕੀਤਾ ਤਾਂ ਅਸੀਂ ਚੈਲੰਜ ਕੀਤਾ ਹੋਇਆ। ਜੇ ਅਸੀਂ ਆਰਬੀਟਰੇਟਰ ਕੋਲ ਜਾ ਕੇ, ਤਾਂ ਉਸ ਤੋਂ ਬਾਅਦ ਇਹਨਾਂ ਨੇ ਪੈਟ ਆਪਣੇ ਐਡਵੋਕੇਟ ਰੱਖੇ ਹੋਏ ਨੇ,
ਉਹ ਤੋਂ ਬਾਅਦ ਅੱਗੇ ਉਹ ਡਿਸਟ੍ਰਿਕਟ ਜੱਜ ਕੋਲ ਚਲ ਜਾਂਦੇ 34 ਦੇ ਵਿੱਚ, ਉਸ ਤੋਂ ਬਾਅਦ ਹਾਈ ਕੋਰਟ, ਉਸ ਤੋਂ ਬਾਅਦ ਸੁਪਰੀਮ ਕੋਰਟ, ਉਹ ਠੰਡੇ ਵਾਸਤੇ ਪੈ ਗਿਆ। ਮੈਂ ਇਹੀ ਗੱਲ ਕਰ ਰਿਹਾ ਵੀ ਜਿਹੜਾ ਸਾਨੂੰ ਤੁਸੀਂ RFCTLR ਤੁਸੀਂ ਸੈਕੰਡ ਸ਼ਡਿਊਲ ਦੇ ਅਕੋਰਡਿੰਗਲੀ ਜਿਹੜੇ ਸਾਡੇ ਐਮੋਲੂਮੈਂਟ ਬਣਦੇ ਆ, ਜੇ ਘਰ ਆਉਂਦਾ 4 ਕਮਰੇ ਦੀ ਬਜਾਏ 2 ਦੇ ਦਿਓ, ਅਸੀਂ 4 ਕਰਾਉਣ ਲਈ ਚੱਲ ਜਾਾਂਗੇ। ਪਹਿਲਾਂ ਬੇਸਿਕ ਤਾਂ ਦਿਓ ਨਾ ਸਾਨੂੰ, ਫਿਰ ਅਸੀਂ ਵਧਾਉਣ ਲਈ ਸਾਨੂੰ ਤੁਸੀਂ ਗਲਤ ਰਸਤੇ ਕਿਉਂ? ਜਿੱਥੇ ਤਾਂ ਤੁਹਾਨੂੰ ਲੱਗਦਾ ਕਿ ਕਾਲਾ ਲੱਗਦਾ ਇਹ ਕੁਛ ਉਹ ਦੇਖ ਕੇ ਉੱਥੇ ਸਪੌਟ ਇਨਸਪੈਕਸ਼ਨ ਤੇ ਵੀ ਇੱਥੇ ਕਮਰਸ਼ੀਅਲ ਪੋਟੈਂਸ਼ੀਅਲ ਹੈ, ਰੇਟ ਦਿੰਦਾ, ਉੱਥੇ ਤੁਸੀਂ ਬਿਹਾਈਂਡ ਦੀ ਕਰਟਨ ਜਾ ਕੇ ਉਹਨੂੰ ਘਟਾਉਣ ਬਹਿ ਜਾਂਦੇ। ਤੁਸੀਂ ਚੈਲੰਜ ਕਰ ਲਓ, ਤੁਸੀਂ ਤਾਂ 2 ਟਾਈਮ ਚੈਲੰਜ ਕਰਨ ਨੂੰ ਬੈਠੇ ਹੋ। ਇੱਕ ਤਾਂ ਉਹਨੂੰ ਕੱਢ ਕੇ ਲੈਟਰਸ ਇੰਨਾ ਧਮਕਾ ਕੇ ਥੱਲੇ ਰੇਟ ਕਰਾ ਰਹੇ ਹੋ, ਦੂਜੇ ਪਾਸੇ ਫਿਰ ਤੁਸੀਂ ਜੇ ਕੋਈ ਹੋਰ ਜ਼ਿਆਦਾ ਦਿੰਦਾ ਤਾਂ ਤੁਸੀਂ ਚੈਲੰਜ ਕਰਦੇ ਹੋ। ਸੋ ਪਹਿਲੀ ਤਾਂ ਜਿਹੜੀ ਇਹ ਜਿੰਨੀ ਐਕੁਜੀਸ਼ਨ ਹੋ ਰਹੀ ਹੈ ਉਹ ਮੈਂ ਤੁਹਾਨੂੰ ਉੱਥੇ ਹੀ ਆਉਣਾ, ਹਾਈਬ੍ਰਿਡ ਜਿਹੜੀ ਐਨੂਟੀ ਮੋਡ ਨੇ ਇਹਦੇ 'ਚ, ਉਹ ਮੈਂ ਨਵੇਂ ਜਿਹੜਾ ਪ੍ਰੋਪੋਜੀਸ਼ਨ ਆ ਉਹ ਰੇਜ਼ ਕਰਤੀ ਇਹਨਾਂ ਲਈ, ਉਹ ਕਰਦੇ ਰਹਿਣਗੇ ਆਨਸਰ। ਐਕਟ ਕਹਿੰਦਾ ਵੀ 2 ਤਰ੍ਹਾਂ ਦੀ ਐਕੁਜੀਸ਼ਨ ਹੁੰਦੀ ਆ, ਇੱਕ ਗਵਰਨਮੈਂਟ ਕਰਦੀ ਹੈ ਪਬਲਿਕ ਪਰਪਸ ਵਾਸਤੇ, ਪਿਓਰਲੀ ਪਬਲਿਕ ਪਰਪਸ ਵਾਸਤੇ, ਇੱਕ ਕੋਈ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ। ਜਿੱਥੇ ਹਾਈਬ੍ਰਿਡ ਆ ਗਿਆ ਉੱਥੇ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਆ ਗਈ, ਕੋਈ ਪ੍ਰਾਈਵੇਟ ਪਲੇਅਰ ਪੈਸੇ ਲਾ ਰਿਹਾ। ਮੈਂ ਸੜਕਾਂ ਬਣ ਰਹੀਆਂ ਨੇ ਕੁੱਲ ਮਿਲਾ ਕੇ, ਟੋਲ ਪਲਾਜ਼ੇ ਵਗੈਰਾ ਸਾਰਾ ਕੁਝ ਉਹ ਪ੍ਰਾਈਵੇਟ ਹੀ ਆ ਗਿਆ, ਉਹ ਸਰਕਾਰ ਨਾਲ ਜੁੜੀ ਹੋਈ ਨਾ ਸਿੱਧੇ ਤੌਰ ਤੇ। ਉਹ ਸੈਕਸ਼ਨ 2 ਇਹਦਾ ਕਹਿੰਦਾ ਹੈ ਕਿ ਜੇ ਕੋਈ ਪਬਲਿਕ ਪ੍ਰਾਈਵੇਟ ਕਰ ਰਿਹਾ ਨਾ ਤਾਂ ਪ੍ਰਾਇਰ ਕੰਸੈਂਟ ਲੈਣ ਦੀ ਲੋੜ ਹੈ। 70% ਅਫੈਕਟਡ ਲੋਕਾਂ ਤੋਂ ਕੰਸੈਂਟ, ਪਹਿਲਾਂ ਪ੍ਰਾਇਰ ਕੰਸੈਂਟ ਲੈਣੀ ਹੈ, ਉਸ ਤੋਂ ਬਾਅਦ ਸਮਝਾ ਦਿਓ ਵੀਰੋ ਕਿੰਨਾ ਬਣੂਗਾ ਜੇਕਰ 70% ਬਣਦਾ ਜਿਸ ਤਰੀਕੇ 70% ਪੋਪੂਲੇਸ਼ਨ ਤੋਂ ਉਸ ਅਫੈਕਟਡ ਏਰੀਆ ਦੀ 70 ਕੰਸੈਂਟ ਲੈਣੀ। ਉਹ ਵੈਸੇ RFCTLAR ਐਕਟ ਕਹਿੰਦਾ। ਜਦੋਂ ਹੁਣ ਐਨੂਟੀ, ਹੁਣ ਕਿਉਂਕਿ ਪਹਿਲਾਂ ਨੈਸ਼ਨਲ ਹਾਈਵੇ ਨੂੰ ਇਹ ਮੰਨਿਆ ਜਾਂਦਾ ਸੀ ਵੀ ਇਹ ਗਵਰਨਮੈਂਟ ਆਫ ਇੰਡੀਆ ਦੀ ਹੈ। ਜਦੋਂ ਤੁਸੀਂ ਗੱਲ ਕਰਦੇ ਹੋ 3D ਵੀ ਪੜ੍ਹਦੇ ਹੋ ਨਾ, ਤਾਂ ਜਦੋਂ 3D ਹੁੰਦਾ ਤਾਂ ਵੈਸਟਰਨ ਸੈਂਟਰਲ ਗਵਰਨਮੈਂਟ ਹੈ। ਜਦੋਂ ਹਾਈਬ੍ਰਿਡ ਦਾ ਆ ਗਿਆ ਵਿੱਚ ਐਨੂਟੀ ਮੋਡ, ਹਾਈਬ੍ਰਿਡ ਮਤਲਬ ਪ੍ਰਾਈਵੇਟ ਪਲੇਅਰ ਹੈ ਵਿੱਚ, ਲੈ ਕੌਣ ਰਹੀ ਹੈ ਗਵਰਨਮੈਂਟ ਦੇ ਨਾਂ ਤੇ, ਜਾਣਾ ਕਿਹਦੇ ਤੇ ਦੇਣਗੇ ਆਨਸਰ? ਪੁੱਛ ਰਿਹਾ ਮੈਂ, ਹਾਈ ਕੋਰਟ ਨੇ ਪੁੱਛ ਲਿਆ ਇਹਨਾਂ ਤੋਂ, ਉਹ ਮਤਲਬ ਇਸ ਪ੍ਰੋਪੋਜੀਸ਼ਨ ਦੇ ਉੱਤੇ ਵੀ ਜੇ ਇਹ ਹਾਈਬ੍ਰਿਡ ਐਨੂਟੀ ਮੋਡ ਦੇ ਤਹਿਤ ਜਿਹੜੀਆਂ ਇਹ ਸੜਕਾਂ ਬਣ ਰਹੀਆਂ ਨੇ ਤਾਂ ਇਹਦੇ ਵਿੱਚ ਪ੍ਰਾਈਵੇਟ ਪਲੇਅਰ ਦਾ ਪੈਸਾ ਇਨਵੋਲਵ ਹੈ। ਕਿਤੇ ਰੇਲਵੇ ਦੀ ਤਰ੍ਹਾਂ ਐਕੁਜੀਸ਼ਨ ਕਰਨ ਤੋਂ ਬਾਅਦ ਇਹ ਕਿਤੇ ਉਹਨਾਂ ਨੂੰ ਨਾ ਹੈਂਡ ਓਵਰ ਕਰ ਦੇਣ ਦੁਬਾਰਾ ਤੋਂ, ਫਿਰ ਫਿਰ ਤਾਂ ਉਹਦੇ ਲਈ ਤਾਂ ਤੁਸੀਂ ਐਕੁਜੀਸ਼ਨ ਹੀ ਨਹੀਂ ਕਰ ਸਕਦੇ। ਇਸ ਕਰਕੇ ਜਿੰਨੇ ਪੈਂਡਿੰਗ ਪਏ ਨੇ ਅਲੱਗ-ਅਲੱਗ ਤੋਂ, ਟਾਈਮ ਜ਼ਰੂਰ ਲੱਗ ਰਿਹਾ, ਉਹ ਮੈਂ ਪੂਰਾ ਜ਼ੋਰ ਲਾਨਾ 15 ਦਿਨ ਦੀ, ਮਹੀਨੇ ਦੀ, 2 ਮਹੀਨੇ ਦੀ, ਕਿਤੇ ਇੱਕ ਗੱਲ ਤੋਂ ਦੂਜੀ ਗੱਲ ਤੋਂ ਰਿਪਲਾਈ ਦੇਣ ਵਾਸਤੇ ਗਲਤ। ਦੇਖੋ ਇਹਨਾਂ ਕੋਲ ਸਾਰੇ ਡੈਜ਼ਿਗਨੇਟਡ ਸੀਨੀਅਰ ਐਡਵੋਕੇਟ, ਇਹਨਾਂ ਦਾ ਰਾਈਟ ਹੈ, ਕਰਦੇ ਨੇ। ਹੁਣ ਕੀ ਆਪਾਂ ਲੈਂਡ ਓਨਰਸ ਤੇ ਉਹਨਾਂ ਕਦੇ ਕੋਈ ਡੇਟ ਲੈ ਲਈ ਹੈ ਜਾਂ ਹੱਲ ਤੇ ਹੋਣਾ ਹੀ ਹੋਣਾ, ਉਹਨਾਂ ਨੇ ਰਿਪਲਾਈ ਫਾਈਲ ਕਰਨ ਦਾ ਉਹਨਾਂ ਦਾ ਅਧਿਕਾਰ ਹੈ, ਚਲੋ ਐਨੀ ਹਾਓ। ਬਟ ਮੈਂ ਇਹ ਗੱਲ ਕਲੀਅਰ ਕਰ ਦੇਣੀ ਚਾਹੁੰਦਾ, ਜਿੰਨੇ ਮੇਰੇ ਜਦੋਂ 18 'ਚ ਮੈਂ ਪਟੀਸ਼ਨ ਫਾਈਲ ਕੀਤੀ ਸੀ ਸੈਕੰਡ ਐਂਡ ਥਰਡ ਸ਼ਡਿਊਲ ਦੇ ਅਕੋਰਡਿੰਗਲੀ, ਉਦੋਂ ਕਈ ਜੱਜ ਵੀ ਪੁੱਛਦੇ ਸੀ ਮੈਨੂੰ ਵੀ ਕੀ ਇਹ ਪੋਸੀਬਲ ਹੈ, ਇੱਦਾਂ ਹੋਊਗਾ। ਹੁਣ ਮੈਂ ਉਹਨਾਂ ਨੂੰ ਦਿਖਾਤਾ ਇਹ ਮੈਂ ਕਿਹਾ ਇਹ ਦੇਖੋ 6 ਜਿਹੜੇ 7 ਨੈਸ਼ਨਲ ਹਾਈਵੇ ਨੇ ਉੱਥੇ ਕਰ ਗਏ ਇਹ। ਉਹ ਪੁੱਛੋ ਉਹਨਾਂ ਨੇ ਸੈਕਟਰੀ ਮੌਰਥ ਨੂੰ ਨੋਟਿਸ ਕਰਕੇ ਵੀ ਦੱਸ ਇੱਥੇ ਕਿੰਨਿਆਂ ਨੂੰ ਦਿੱਤਾ ਤੂੰ, ਇੱਥੇ ਕਿਉਂ ਨਹੀਂ ਦੇ ਰਹੇ? ਸੋ ਲੈਟਸ ਹੋਪ ਫਾਰ ਦੀ ਬੈਸਟ। ਜਿੰਨਾ ਹੋ ਸਕਿਆ ਉਨਾ ਕੁ ਮੈਂ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਰ ਲੈਟਸ ਹੋਪ ਫਾਰ ਦੀ ਬੈਸਟ ਕਿ ਬਹੁਤ ਅੱਛਾ ਰਿਜ਼ਲਟ ਪਰਮਾਤਮਾ ਦੀ ਕਿਰਪਾ ਨਾਲ ਕੋਈ ਨਾ ਕੋਈ ਜ਼ਰੂਰ ਲੈਂਡ ਓਨਰਸ ਦੇ ਹੱਕ ਦੇ ਵਿੱਚ ਲੈ ਕੇ ਆਵਾਂਗੇ। ਔਰ ਇੱਕ ਥੋੜ੍ਹੀ ਜਾਂਦੇ ਦੱਸਦਾ, ਜਿੰਨੀਆਂ ਪਟੀਸ਼ਨਾਂ ਹੋਰ ਵੀ ਚੱਲ ਰਹੀਆਂ ਉਹ 'ਚ ਮੈਂ ਵੀ ਮੰਗ ਰਿਹਾ, ਚਲੋ ਇੱਕ ਰੋਡ 'ਚ ਅਕਵਾਇਰ ਹੋ ਗਈ, ਅਕਵਾਇਰ ਹੋਣ ਤੋਂ ਨਾਲ ਤੁਹਾਨੂੰ ਚੜ੍ਹਨ ਦਾ ਹੱਕ ਵੀ ਮੰਗ ਰਿਹਾ ਵੀ ਇਹਨਾਂ ਨੂੰ ਜਿੰਨੇ ਮੇਰੇ ਪਟੀਸ਼ਨਰ ਨੇ, ਕਿਉਂਕਿ ਨਹੀਂ ਕੱਲ੍ਹ ਨੂੰ ਕਹਿਣਗੇ ਅਸੀਂ ਚੜ੍ਹਨ ਨਹੀਂ ਦੇਣਾ। ਮੇਰੀ ਰੋਡ ਖੇਤਾਂ ਦੇ ਵਿੱਚ ਹੈ, ਉੱਥੇ ਨੂੰ ਰੋਡ ਕੱਢਤੀ, ਉੱਥੇ ਤੁਸੀਂ ਚੜ੍ਹਨ ਵੀ ਨਹੀਂ ਦਿਓਗੇ। ਅੰਡਰਗਰਾਊਂਡ ਵੀ ਮੰਗ ਰਿਹਾ ਵੀ ਅੰਡਰਗਰਾਊਂਡ ਬ੍ਰਿਜ ਵੀ ਚਾਹੀਦੇ ਨੇ, ਜਿੱਥੇ ਗੰਨੇ ਜਿਵੇਂ ਛੋਟਾ ਆਲਾ ਨਾ ਦੇ ਦਿਓ। ਉਸ ਤੋਂ ਬਾਅਦ 30 ਮੀਟਰ ਨੋ ਕੰਸਟਰਕਸ਼ਨ ਜ਼ੋਨ ਹੋ ਜਾਣਾ, ਉਹਨੇ ਉਹ ਵੀ ਮੰਗਿਆ ਸਾਨੂੰ, ਉਹ ਵੀ ਵੇਵ ਆਫ ਕਰੋ, ਨਹੀਂ 30 ਮੀਟਰ ਸਾਡੀ ਪ੍ਰਾਪਰਟੀ ਖਰਾਬ ਹੁੰਦੀ ਉਹਦਾ ਪੈਸਾ ਦਿਓ। ਉਹ ਕੌਣ ਤੈਅ ਕਰੂਗਾ? ਉਹ ਸਾਰਾ ਕੁਝ ਮੰਗ ਰਹੇ ਆ। ਜਿਵੇਂ ਵੀ ਕੋਈ ਇਨ ਫਿਊਚਰ ਦੇ ਵਿੱਚ ਗੁੱਡ ਨਿਊਜ਼ ਆਊਗੀ, ਜਿੰਨੇ ਮੇਰੇ ਕਲਾਇੰਟ ਨੇ, ਕਿਉਂਕਿ ਲੈਟਸ ਹੋਪ ਫਾਰ ਦੀ ਬੈਸਟ, ਕੋਈ ਨਾ ਕੋਈ ਫੇਵਰੇਬਲ ਜ਼ਰੂਰ ਲੈ ਕੇ ਆਵਾਂਗੇ। ਐਂਡ ਦੈਟਸ ਆਲ ਸਰ। ਥੈਂਕ ਯੂ ਸੋ ਮਚ। ਤੇ ਬਹੁਤ ਹੀ ਜ਼ਿਆਦਾ ਅਸੀਂ ਕਹਿ ਦਈਏ ਕਿ ਅੱਜ ਦੀ ਜਿਹੜੀ ਇੰਟਰਵਿਊ ਆ ਭਰਪੂਰ ਜਾਣਕਾਰੀ ਵਾਲੀ ਆ, ਇਸ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਅਸੀਂ ਨਹੀਂ ਚਾਹੁੰਦੇ ਕਿਸੇ ਦਾ
ਨੁਕਸਾਨ ਹੋਵੇ, ਕਿਸੇ ਦੇ ਹੱਕਾਂ ਨੂੰ ਮਾਰਿਆ ਜਾਵੇ ਜਾਂ ਸਿੱਧੇ ਤੌਰ ਤੇ ਕਹਿ ਦਈਏ ਕਿ ਕਿਸੇ ਦੀ ਮਿਹਨਤ ਦੀ ਕਮਾਈ ਲੁੱਟੀ ਜਾਵੇ। ਦੋਸਤੋ ਅਜਿਹੀਆਂ ਵੀਡੀਓਜ਼, ਅਜਿਹੀਆਂ ਜਾਣਕਾਰੀ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ। ਜੁੜੇ ਰਹੋ ਸਪੋਕਸਮੈਨ ਟੀਵੀ ਦੇ ਨਾਲ। ਮੈਂ ਸੁਰਖਾਬ ਆਪਣੇ ਸਹਿਯੋਗੀ ਜਗਦੀਸ਼ ਦੇ ਨਾਲ, ਰੋਜ਼ਾਨਾ ਸਪੋਕਸਮੈਨ ਮੋਹਾਲੀ।